ਸਾਜਨ ਸਟੂਡੀਓ ਪੇਸ਼ ਕਰਦੇ ਹਨ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਈ ਤੇਹਾ ਹਉ ਕਰੀ ਵਖਿਆਨ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾਂ ਭਰਪੂਰ। ਸਾਰੇ ਵਿਸ਼ਵ ਦੀ ਇੱਕੋ ਇੱਕ ਆਸ, ਹਾਜ਼ਰ ਨਾਜ਼ਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਆਗਮਨ ਦਿਵਸ ਨੂੰ ਸਮਰਪਿਤ ਉਹਨਾਂ ਦੇ ਇਸ ਨਗਰ ਵਿੱਚ ਚਰਨ ਪਾਉਣ ਦੀ ਖੁਸ਼ੀ ਵਿੱਚ ਆਪਾਂ ਸਾਰੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਾਲ ਬਾਅਦ ਇਹ ਜੋੜ ਮੇਲਾ ਮਨਾਉਂਦੇ ਹਾਂ ਅਤੇ ਹਾਜ਼ਰੀਆਂ ਭਰਦੇ ਹਾਂ। ਉੱਥੇ ਬਹੁਤ ਵੱਡੇ ਵੱਡੇ ਵਿਦਵਾਨ ਯਤਨ ਕੀਤਾ ਜਾਂਦਾ ਹੈ ਪ੍ਰਬੰਧਕਾਂ ਵੱਲੋਂ, ਚੰਗੇ ਚੰਗੇ ਢਾਡੀ, ਚੰਗੇ ਚੰਗੇ ਕਵੀਸ਼ਰ, ਉਹ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ। ਉੱਥੇ ਦਾਸ ਜੀ ਨੂੰ ਵੀ ਸਮਾਂ ਮਿਲਦਾ ਹੈ ਕਿ ਮੈਂ ਆਪ ਜੀ ਦੇ ਜੋੜੇ ਝਾੜ ਸਕਾਂ, ਕੋਈ ਗੁਰੂ ਘਰ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਸਕਾਂ। ਸੋ ਬਣਾਏ ਹੋਏ ਪ੍ਰੋਗਰਾਮ ਦੇ ਮੁਤਾਬਕ ਜਿੰਨਾ ਕੁ ਸਮਾਂ ਦਾਸ ਦੀ ਝੋਲੀ ਵਿੱਚ ਪਿਆ ਹੈ, ਆਓ ਖਾਲਸਾ ਜੀ ਕੁਝ ਸਮੇਂ ਵਾਸਤੇ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਈਏ। ਵਿਚਾਰਾਂ ਆਰੰਭ ਕਰਨ ਦੀ ਆਗਿਆ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ 10 ਜਾਮਿਆਂ ਦੇ ਵਿੱਚ ਉਹ ਗੁਰੂ ਮਿਲੇ ਨੇ ਜਿਨ੍ਹਾਂ ਨੇ ਸੰਸਾਰ ਤੇ ਇਨਕਲਾਬ ਖੜਾ ਕੀਤਾ ਹੈ। ਔਰ ਸਾਧ ਸੰਗਤ ਜੀ, ਸਮਾਂ ਬੜਾ ਘੱਟ, ਮੈਂ ਇਹ ਬੇਨਤੀ ਕਰਾਂਗਾ ਤੁਸੀਂ ਕਿਤੇ ਜੀਵਨ ਬਿਉਰਾ ਪੜ੍ਹ ਕੇ ਵੇਖੋ। 10 ਗੁਰੂਆਂ ਦੇ ਵਿੱਚੋਂ ਕੇਵਲ 3 ਗੁਰੂ ਸੀ ਜਿਨ੍ਹਾਂ ਦੀ ਸਰੀਰਕ ਉਮਰ 50 ਸਾਲ ਤੋਂ ਵੱਧੇ ਸੀ। 50 ਸਾਲ ਤੋਂ ਵੱਧ ਕੇਵਲ 3 ਗੁਰੂ। ਮੈਂ ਸਰੀਰਕ ਸ਼ਬਦ ਤਾਂ ਵਰਤ ਰਿਹਾ ਵੀ ਜੋਤ ਕਰਕੇ ਗੁਰੂ ਅੱਜ ਵੀ ਹਾਜ਼ਰ ਨਾਜ਼ਰ ਹੈ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ 10 ਪਾਤਸ਼ਾਹੀਆਂ ਦੀ ਜੋਤ ਕਹਿੰਦੇ। ਗੁਰੂ ਸਦਾ ਲਈ ਰਹਿਣਗੇ। ਮੀਰੀ ਪੀਰੀ ਦਾ ਮਾਲਕ ਅੱਜ ਵੀ ਸਾਡੇ ਵਿੱਚ ਹੈ। ਪਰ ਮੈਂ ਬੇਨਤੀ ਕਰ ਰਿਹਾ ਵੀ ਇਨਕਲਾਬ ਵੇਖੋ ਕਿੱਡਾ ਵੱਡਾ ਹੈ। ਕੇਵਲ 3 ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ, ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ, ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੀ ਸਰੀਰਕ ਉਮਰ 50 ਸਾਲ ਤੋਂ ਵੱਧ ਸੀ। ਬਾਕੀ 7 ਗੁਰੂਆਂ ਨੇ ਭਰ ਜਵਾਨੀ ਦੇ ਅੰਦਰ, ਈਵਨ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਹੜੇ ਕੇਵਲ 8 ਸਾਲ ਦੀ ਛੋਟੀ ਉਮਰ ਵਿੱਚ ਸੰਸਾਰ ਤੋਂ ਪਰਲੋਕ ਕਰਕੇ ਸਾਧ ਸੰਗਤ ਤੋਂ ਪਰਲੋਕ ਕਰ ਗਏ। ਮੈਂ ਬੇਨਤੀ ਕਰ ਰਿਹਾ ਸੀ ਕਿ ਉਹਨਾਂ ਦੇ ਕੀਤੇ ਪਰਉਪਕਾਰ ਵੇਖੋ। 6ਵੇਂ ਪਾਤਸ਼ਾਹ ਦੀ ਸਰੀਰਕ ਉਮਰ ਕੇਵਲ 49 ਸਾਲ ਹੈ। 1595 ਦਾ ਜਨਮ ਹੈ।
1644 ਦੇ ਵਿੱਚ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। 50 ਨਹੀਂ ਬਣਦੇ, 1 ਸਾਲ ਘੱਟ ਹੈ। ਪਰ ਮੈਂ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇਹ ਧਰਤੀ ਤੇ ਖਤਮ ਹੋ ਸਕਦੀ ਹੈ, ਯੁੱਗ ਬਦਲ ਸਕਦਾ ਹੈ, ਪਰ ਮੀਰੀ ਪੀਰੀ ਦੇ ਮਾਲਕਾ ਤੇਰੇ ਕੀਤੇ ਸੰਸਾਰ ਤੇ ਉਪਕਾਰ ਕਦੇ ਨਹੀਂ ਭੁਲਾਏ ਜਾ ਸਕਦੇ। ਇੰਨੇ ਮਹਾਨ ਕਾਰਜ ਤੂੰ ਸੰਸਾਰ ਤੇ ਸਾਡੀ ਝੋਲੀ ਵਿੱਚ ਕਰਕੇ ਪਾਏ। ਔਰ ਸਾਧ ਸੰਗਤ, ਸਭ ਤੋਂ ਵੱਡੀ ਗੱਲ, ਸਿੱਖ ਧਰਮ ਸ਼ਰਧਾ ਦੇ ਉੱਤੇ ਟਿਕਿਆ, ਗੁਰੂ ਦੇ ਉੱਤੇ ਭਰੋਸੇ ਤੇ ਟਿਕਿਆ ਹੋਇਆ ਹੈ। ਇਹ ਵੱਖਰੀ ਗੱਲ ਹੈ ਵੀ ਅੱਜ ਕਿੰਤੂ ਪਰੰਤੂ ਵਾਲੇ ਬੜੇ ਪੈਦਾ ਹੋ ਗਏ, ਇਹੋ ਜਿਹਿਆਂ ਤੋਂ ਬਚਣਾ ਚਾਹੀਦਾ ਹੈ। ਜੇ ਸ਼ਰਧਾ ਨਹੀਂ ਰਵੇਗੀ, ਜੇ ਗੁਰੂ ਤੇ ਭਰੋਸਾ ਨਹੀਂ ਰਵੇਗਾ, ਤੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ, ਇੰਨੇ ਕੁ ਨਾਸਤਕ ਹੋ ਜਾਾਂਗੇ ਵੀ ਆਪਣੇ ਆਪ ਨੂੰ ਕੱਲਾ ਪਾ ਕੇ ਬਹਿ ਜਾਵਾਂਗੇ, ਕੱਲੇ ਪਾ ਕੇ। ਸ਼ਰਧਾ ਬੜੀ ਜ਼ਰੂਰੀ। ਭਾਈ ਪੱਲੇ ਨੇ ਸ਼ਰਧਾ ਰੱਖੀ ਸੀ, ਤੇ ਮੇਰੇ ਤੋਂ ਪਹਿਲਾਂ ਗਿਆਨੀ ਬਖਸ਼ੀਸ਼ ਸਿੰਘ ਜੀ ਰਾਣੀਵਾਲਾ ਵਾਲੇ ਕਿੱਡਾ ਪਿਆਰਾ ਪ੍ਰਸੰਗ ਕਹਿ ਕੇ ਗਏ ਨੇ। ਸਾਰਾ ਪਿੰਡ ਇੱਕ ਪਾਸੇ ਹੈ, ਕਰਮਕਾਂਡੀ ਹੈ, ਉਹ ਸਾਧ ਸੰਗਤ ਜੀ ਸਖੀ ਸਰਵਰੀਆਂ ਦਾ ਉਪਾਸ਼ਕ ਹੈ, ਪਰ ਉਹਦੀ ਸ਼ਰਧਾ ਵੇਖੋ। ਜਿਹੜਾ ਥੋੜਾ ਜਿਹਾ ਗੁੜ ਪੱਲੇ ਨਾ ਬੰਨ ਕੇ ਲੋਕਾਂ ਨੂੰ ਕਹਿੰਦਾ ਪਿਆ, ਉਹ ਲੋਕੋ ਠੀਕ ਤੁਸੀਂ ਆਪਣੇ ਗੁਰੂ ਨੂੰ ਯਾਦ ਕਰਦੇ ਹੋ, ਪੀਰ ਨੂੰ ਧਿਆਉਂਦੇ ਹੋ, ਇੱਕ ਦਿਨ ਆਵੇਗਾ ਸਾਡਾ ਗੁਰੂ ਵੀ ਸਾਡੇ ਘਰ ਵਿੱਚ ਚਰਨ ਪਾਵੇਗਾ, ਉਹ ਦਿਨ ਸੁਹਾਵਣਾ ਹੋਵੇਗਾ। ਗਿਆਨੀ ਜੀ ਕਹਿ ਕੇ ਗਏ, ਉਹ ਧਰਤੀ ਪਵਿੱਤਰ ਹੋਏ। ਤੇ ਸੱਚਮੁੱਚ ਜਿਹੜਾ ਮੈਂ ਮੰਗਲ ਤੁਹਾਡੇ ਨਾਲ ਸ਼ੁਰੂ ਵਿੱਚ ਸਾਂਝਾ ਕੀਤਾ ਹੈ, ਮੇਰੇ ਮਾਲਕ ਨੇ ਬਚਨੀ ਗੁਰੂ ਕੀ ਬਾਣੀ 'ਚ ਕਹੇ ਨੇ, ਹਜੂਰ ਕਹਿੰਦੇ ਸਾ ਧਰਤੀ ਪਈ ਹਰੀਆਵਲੀ, ਉਹ ਧਰਤੀ ਹਰੀ ਭਰੀ ਹੋ ਗਈ। ਹੁਣ ਹਰੀ ਭਰੀ ਸਰੀਰ ਕਰਕੇ ਸਮਾਜਿਕ ਤੌਰ ਤੇ ਵੀ ਤੇ ਉਹ ਅੰਦਰ ਵੀ। ਗੁਰਬਾਣੀ ਨੇ ਦੋਹਾਂ ਪੱਖਾਂ ਦੀ ਗੱਲ ਕੀਤੀ। ਜਦੋਂ ਗੁਰਬਾਣੀ 'ਚ ਗੱਲ ਕੀਤੀ, ਤੁਸੀਂ ਵੇਖੋ 12 ਮਾਹ ਦੀ ਆਪਾਂ ਬਾਣੀ ਪੜ੍ਹਦੇ ਹਾਂ, ਜੇ ਬਾਹਰ ਕਿਤੇ ਗਰਮੀ ਹੈ, ਬਾਹਰ ਤਪਸ਼ ਹੈ, ਤੇ ਭਾਗਾਂ ਵਾਲਿਓ ਗੁਰੂ ਨੇ ਅੰਦਰ ਦੀ ਤਪਸ਼ ਦੀ ਗੱਲ ਕਿਆ ਕਮਾਲ ਦੇ ਨਾਲ ਕੀਤੀ। ਜਦੋਂ ਹਜੂਰ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ, ਕਿਉਂ ਕਹਿ ਰਿਹਾ ਜੀ ਮਹਾਰਾਜ ਹਾੜ ਦੇ ਮਹੀਨੇ 'ਚ ਤਪਸ਼ ਦੀ ਗੱਲ, ਗਰਮੀ ਦੀ ਗੱਲ ਕਿਉਂ ਕਰ ਰਿਹਾ? ਉਹਦਾ ਕਾਰਨ ਹੀ ਇਹ ਆ ਸਤਿਕਾਰਯੋਗ ਸਾਧ ਸੰਗਤ, ਬਾਹਰੀ ਤੌਰ ਦੇ ਉੱਤੇ ਤਪਸ਼ ਪੈਂਦੀ ਤੇ ਮਹਾਰਾਜ ਨੇ ਬੰਦੇ ਦੇ ਬਾਹਰੀ ਹਾਲਾਤਾਂ ਨੂੰ ਬਿਆਨ ਰੱਖ ਕੇ ਉਹਦੇ ਅੰਦਰਲੀ ਤਸਵੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਖਿੱਚ ਕੇ ਰੱਖ ਦਿੱਤੀ। ਫਿਰ ਇੱਥੇ ਬਸ ਨਹੀਂ, ਅਸੀਂ ਬਾਣੀ ਦੇ ਅੰਦਰ ਦੇਖਦੇ ਹਾਂ ਕਿ ਮਹਾਰਾਜ ਨੇ ਬੜੇ ਕਾਵਿ ਰੂਪ ਵਰਤੇ ਆ ਜੀ। ਉਦਾਹਰਨ ਦੇ ਤੌਰ ਤੇ ਇਹ ਪੰਜਾਬ ਦੀ ਧਰਤੀ ਤੇ ਘੋੜੀਆਂ ਦੇ ਗੀਤ ਗਾਏ ਜਾਂਦੇ ਸਨ। ਕੋਈ ਧੀ ਬੱਚੀ ਸੰਸਾਰਕ ਤੌਰ ਤੇ ਭਾਵੇਂ ਅਨਪੜ੍ਹ ਵੀ ਹੋਵੇ ਸਮਾਜਿਕ ਤੌਰ ਤੇ, ਪਰ ਜਦੋਂ ਵਿਆਹ ਵਾਲੇ ਘਰ ਵਿੱਚ ਬੈਠ ਕੇ ਸਾਡੀਆਂ ਮਾਈਆਂ ਧੀਆਂ ਬੱਚੀਆਂ ਉਹਨਾਂ ਨੇ ਬੈਠਣਾ ਤੇ ਘੋੜੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਣੇ। ਸਾਡਾ ਗੁਰੂ ਕਿੱਡਾ ਮਹਾਨ ਹੈ। ਗੁਰੂ ਨੇ ਵੇਖਿਆ ਵੀ ਮੇਰੀ ਪੰਜਾਬ ਦੀ ਜੰਮੀ ਧੀ ਭੈਣ ਬੱਚੀ ਇਹ ਘੋੜੀਆਂ ਨਾਲ ਜੁੜੀ ਹੈ। ਮਹਾਰਾਜ ਨੇ ਵੇਖਿਆ ਵੀ ਅਨਪੜ੍ਹ ਵੀ ਕੋਈ ਹੋਵੇ ਪਰ ਇਹਨੂੰ ਗੀਤ ਕੰਠ ਨੇ। ਸੱਚੇ ਪਾਤਸ਼ਾਹ ਨੇ ਏਡੀ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਘੋੜੀਆਂ ਨੂੰ ਮੁੱਖ ਰੱਖ ਕੇ ਬਾਣੀ ਲਿਖ ਦਿੱਤੀ। ਤੇ ਮਹਾਰਾਜ ਨੇ ਨਾਲ ਕਹਿ ਦਿੱਤਾ, ਮੇਰੀਏ ਧੀਏ ਮੇਰੀਏ ਬੱਚੀਏ, ਵੇਖੀ ਕਿਤੇ ਦੁਨਿਆਵੀ ਘੋੜੀਆਂ ਨਾ ਗਾਉਂਦੀ ਰਹੀ, ਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੈਨੂੰ ਘੋੜੀਆਂ ਦਾ ਪਾਠ ਦੇ ਕੇ ਚੱਲਿਆ ਵਾਂ। ਹਜੂਰ ਨੇ ਲਿਖ ਦਿੱਤਾ ਜੀ। ਮਹਾਰਾਜ ਚੌਥੇ ਪਾਤਸ਼ਾਹ ਜਦੋਂ ਬਾਣੀ ਵਿੱਚ ਕਹਿੰਦੇ ਵਡਹੰਸ ਮਹੱਲਾ ਚੌਥਾ ਘੋੜੀਆਂ, ਤੇ ਕਿਆ ਕਮਾਲ ਦੀ ਘੋੜੀ ਪੇਸ਼ ਕੀਤੀ। ਹਜੂਰ ਨੇ ਕਿਹਾ ਦੇ ਤੇ ਜਨ ਜੀ ਰਾਮ ਉਪਾਈਆ ਰਾਮ, ਧਨ ਮਾਨਸ ਜਨਮ ਪੁੰਨ ਚਿਤ ਲਾਈਆ ਰਾਮ, ਮਾਨਸ ਜਨਮ ਵੱਡ ਪੁੰਨੇ ਪਾਇਆ ਦੇ ਸੋ ਕੰਚਨ ਚੰਗੜੀਆਂ, ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆਂ। ਉਹ ਸਾਰੀ ਤਸਵੀਰ ਖਿੱਚ ਦਿੱਤੀ ਗੁਰੂ ਪਾਤਸ਼ਾਹ ਨੇ। ਫਿਰ ਇੱਥੇ ਬਸ ਨਹੀਂ, ਬਾਣੀ ਨੇ ਹਰੇਕ ਪੱਖ ਤੋਂ ਸਿੱਖ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਸਾਡੇ ਪੰਜਾਬ ਦੇ ਲੋਕ ਅਣਖੀ ਬੜੇ ਸਨ। ਸੱਚ ਹੈ ਕਿ ਸਾਧ ਸੰਗਤ ਜੀ, ਇਹ ਗੁਰੂ ਕਾਲ ਤੋਂ ਪਹਿਲਾਂ ਵੀ ਹਿੰਦੁਸਤਾਨ ਤੇ ਹਮਲੇ ਹੁੰਦੇ ਰਹੇ ਤੇ ਭਾਵੇਂ ਬਾਅਦ ਵਿੱਚ ਵੀ ਹੋਏ ਨੇ, ਪਰ ਇਹ ਵੀ ਸੱਚਾਈ ਹੈ ਵੀ ਇੱਥੇ ਆਉਂਦੇ ਸਨ ਮੁਗਲ, ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦੇ ਸੀ, ਪਰ ਸੱਚ ਜਾਣਿਓ ਕਿਸੇ ਦੇ ਅੰਦਰ ਅਣਖ ਨਹੀਂ ਸੀ, ਕਿਸੇ ਅੰਦਰ ਏਡੀ ਬਹਾਦਰੀ ਨਹੀਂ ਸੀ ਕਿ ਉਹ ਇਹਨਾਂ ਲੋਕਾਂ ਦਾ ਰਾਹ ਰੋਕ ਕੇ ਕਹਿ ਦੇਣ ਭਾਈ ਆਓ ਤੁਹਾਡੇ ਸਾਹਮਣੇ ਖੜੇ ਆ, ਤੁਸੀਂ ਸੰਸਾਰ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਪਾਪ ਨਹੀਂ ਕਰ ਸਕਦੇ। ਸਾਧ ਸੰਗਤ, ਲੋਕ ਵਾਰਾਂ ਨਾਲ ਜੁੜੇ ਸਨ ਕਿਉਂਕਿ ਬਹਾਦਰ ਸੀ ਲੋਕ। ਮੇਰੇ ਪਾਤਸ਼ਾਹ ਨੇ ਵੇਖਿਆ ਵੀ ਪੰਜਾਬ ਦੇ ਲੋਕ ਅਣਖੀ ਬੜੇ ਨੇ, ਪੰਜਾਬ ਦੇ ਲੋਕ ਬਹਾਦਰ ਬੜੇ ਨੇ, ਤੇ ਗੁਰੂ ਨੇ ਵੇਖਿਆ ਵੀ ਇਹ ਵਾਰਾਂ ਗਾਉਣ ਤੇ ਸੁਣਨ ਦੇ ਸ਼ੌਕੀਨ ਨੇ। ਸਾਡੇ ਗੁਰੂ ਨੇ ਇੱਕ ਨਹੀਂ ਦੋ ਨਹੀਂ, ਸਾਡੀ ਸਾਈਕੀ ਨੂੰ ਮੁੱਖ ਰੱਖ ਕੇ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲਿਖ ਕੇ ਸਾਡੀ ਝੋਲੀ ਵਿੱਚ ਪਾਈਆਂ ਕਿ ਮੇਰਿਆ ਪੁੱਤਰਾ ਵੇਖੀ ਕਿਤੇ ਦੁਨਿਆਵੀ ਵਾਰਾਂ ਨਾ ਗਾਉਂਦਾ ਰਹੀਂ। ਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੱਸਣ ਲੱਗਾ
ਕਿ ਇਹ ਵੀ ਇੱਕ ਵਾਰ ਹੈ ਕਿ ਦੁਸ਼ਮਣ ਤੇਰੇ ਤੇ ਵਾਰ ਕਰੇ ਤੇ ਤੂੰ ਆਪਣੇ ਪੱਖ ਨੂੰ ਮਜ਼ਬੂਤ ਕਿਵੇਂ ਰੱਖਣਾ ਹੈ। ਉਹ ਵਾਰ ਭਾਵੇਂ ਮਾਨਸਿਕ ਤੌਰ ਤੇ ਹੋਵੇ, ਉਹ ਵਾਰ ਭਾਵੇਂ ਸਰੀਰਕ ਤੌਰ ਤੇ ਹੋਵੇ, ਕਿਉਂਕਿ ਗੁਰੂ ਨੇ ਇਸ ਬਾਣੀ 'ਚ ਸਮਝਾ ਦਿੱਤਾ ਆ ਸੰਸਾਰ ਦੇ ਉੱਤੇ ਸਾਰੀ ਰੱਬ ਦੀ ਇੱਕ ਖੇਡ ਚੱਲਦੀ ਪਈ ਹੈ। ਤੇ ਜਦੋਂ ਕੋਈ ਬੰਦਾ ਖੇਡਦਾ ਹੈ ਭਾਗਾਂ ਵਾਲਿਓ, ਉਦੋਂ ਦੇਖਿਆ ਜਾਂਦਾ ਹੈ ਵੀ ਇੱਕ ਹਾਰਦਾ ਹੈ ਤੇ ਇੱਕ ਜਿੱਤਦਾ ਹੈ। ਮਹਾਰਾਜ ਨੇ ਸਾਰੀ ਬਾਣੀ 'ਚ ਤਸਵੀਰ ਪੇਸ਼ ਕੀਤੀ, ਸਿੱਖਾ 84 ਲੱਖ ਜੂਨਾਂ ਤੋਂ ਬਾਅਦ ਤੈਨੂੰ ਦੇਹ ਹੀ ਮਿਲੀ ਹੈ। ਇਹ ਸੰਸਾਰ ਇੱਕ ਖੇਡ ਦਾ ਮੈਦਾਨ ਹੈ। ਤੇਰੇ ਦੁਸ਼ਮਣ ਸੰਸਾਰ ਦੇ ਵਿੱਚ ਉਹ ਵੀ ਪੈਦਾ ਹੋਏ ਨੇ। ਦੁਸ਼ਮਣ ਕਿਹੜੇ ਨੇ? ਸਭ ਤੋਂ ਪਹਿਲਾਂ ਤੇ ਅੰਦਰ ਜਿਹੜੇ ਵਕਾਰ ਹਨ, ਤੇ ਦੂਜੇ ਦੁਸ਼ਮਣ ਕਈ ਬਾਹਰੀ ਤੌਰ ਤੇ ਵੀ ਪੈਦਾ ਹੋ ਜਾਂਦੇ ਨੇ। ਮਹਾਰਾਜ ਨੇ ਸਮਝਾਇਆ, ਬੱਚਿਆ ਵੇਖੀ ਇਸ ਸੰਸਾਰ ਦੀ ਖੇਡ ਨੂੰ ਏਦਾਂ ਖੇਡੀ, ਤੇਰੀ ਪ੍ਰੀਖਿਆ ਹੋਵੇਗੀ ਸਮੇਂ ਸਮੇਂ ਤੇ। ਕਿਤੇ ਕਾਮ ਰੂਪ ਬਦਲ ਕੇ ਆਵੇਗਾ, ਕਿਤੇ ਕ੍ਰੋਧ ਰੂਪ ਬਦਲ ਕੇ ਆਵੇਗਾ, ਕਿਤੇ ਹੰਕਾਰ ਤੇਰੇ ਤੇ ਪ੍ਰਭਾਵ ਪਾਉਣ ਦਾ ਯਤਨ ਕਰੇਗਾ। ਆਪਣੇ ਆਪ ਨੂੰ ਇਹਨਾਂ ਦੁਸ਼ਮਣਾਂ ਤੋਂ ਬਚਾ ਕੇ ਰੱਖੀ, ਤੇ ਬਚਾਈ ਵੀ ਏਡਾ ਕਿ ਤੈਨੂੰ ਦਰਗਾਹ ਦੇ ਵਿੱਚ ਕੋਈ ਲੇਖਾ ਨਾ ਦੇਣਾ ਪਵੇ। ਹਜੂਰ ਨੇ ਬਾਣੀ 'ਚ ਲਿਖ ਦਿੱਤਾ ਜੀ, ਮਹਾਰਾਜ ਕਹਿੰਦੇ ਐਸੀ ਕਲਾ ਨਾ ਖੇਡੀ ਐ, ਸੰਸਾਰ ਤੇ ਏਦਾਂ ਨਾ ਵਿਚਰਿਓ, ਹਰ ਦਰਗੇ ਗਿਆ ਹਾਰੀ ਐ, ਵੀ ਦਰਗਾਹ ਦੇ ਵਿੱਚ ਜਾ ਕੇ ਬੰਦੇ ਦੇ ਕੋਲ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਵੇ। ਮੈਂ ਬੇਨਤੀ ਕਰ ਰਿਹਾ ਸੀ, ਪ੍ਰਭਾਵ ਪਾ ਕੇ ਆਉਂਦਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1595 ਦਾ ਜਨਮ ਹੈ, ਤੇ ਭਾਗਾਂ ਵਾਲਿਓ 1624 ਦੀ ਇੱਕ ਘਟਨਾ ਹੈ। ਮੈਂ ਦੱਸਣ ਲੱਗਾ ਵੀ ਗੁਰੂ ਦਾ ਆਚਰਣ ਕਿੱਦਾਂ ਦਾ ਹੁੰਦਾ ਹੈ। ਔਰ ਅਸੀਂ ਜਦੋਂ ਭਾਈ ਗੁਰਦਾਸ ਨੂੰ ਪੜ੍ਹਦੇ ਹਾਂ, ਅਸੀਂ ਜਦੋਂ ਸਾਧ ਸੰਗਤ ਜੀ ਢਾਡੀ ਨੱਥਮਲ ਤੇ ਅਬਦੁਲ ਜੀ ਨੂੰ ਪੜ੍ਹਦੇ ਹਾਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਕਰੈਕਟਰ ਦੀ ਗੱਲ ਆਪਣੀਆਂ ਵਾਰਾਂ 'ਚ ਕੀਤੀ ਹੈ, ਔਰ ਬੜੇ ਪਿਆਰ ਨਾਲ ਕੀਤੀ ਹੈ। ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸਾਰੀ ਵਾਰ ਲਿਖ ਕੇ ਤੇ ਐਂਡ ਤੇ ਉਹਨਾਂ ਇੱਕ ਗੱਲ ਬੜੀ ਪਿਆਰੀ ਲਿਖੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਵੇਖੋ, ਗਾਉਣ ਵਾਲੇ ਬੰਦੇ ਦੇ ਅੰਦਰ ਇਦਾਂ ਦੇ ਵਿਚਾਰ ਆ ਜਾਣ, ਉਹ ਕਵੇ ਵੀ ਹਿੰਦੁਸਤਾਨ ਦਾ ਬਾਦਸ਼ਾਹ ਕੋਈ ਹੋਰ ਹੈ। ਤੇ ਸੱਚ ਜਾਣਿਓ, ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਸਿੱਖ ਸੱਚਾ ਪਾਤਸ਼ਾਹ ਕਹਿੰਦੇ ਨੇ, ਸੱਚੇ ਪਾਤਸ਼ਾਹ ਦੀ ਪੱਗ ਦੇ ਸਾਹਮਣੇ ਇਹ ਕਹਿ ਦੇਣਾ ਜਹਾਂਗੀਰ ਤੇਰੀ ਪੱਗ ਕੋਈ ਮਹਿਨਾ ਨਹੀਂ ਰੱਖਦੀ, ਆਖਰ ਉਹਦਾ ਕਾਰਨ ਹੋਵੇਗਾ ਕੋਈ ਨਾ ਕੋਈ। 1624 ਈਸਵੀ ਦੀ ਘਟਨਾ, ਤੇ ਮੇਰੇ ਪਾਤਸ਼ਾਹ ਦੀ ਜਿਹੜੀ ਸੰਸਾਰਕ ਉਮਰ ਉਹ 29 ਸਾਲ ਹੈ। ਸਰੀਰ ਚੜ੍ਹਦੀ ਕਲਾ 'ਚ, ਚਿਹਰੇ ਦੇ ਉੱਤੇ ਨੂਰਾਨੀ ਜਲਵਾ, ਕਿਆ ਖੂਬਸੂਰਤ ਮੇ ਗੁਰੂ ਹਰਗੋਬਿੰਦ ਸਾਹਿਬ ਦਾ ਚਿਹਰਾ, ਏਡੇ ਵੱਡੇ ਬਲੀ, ਔਰ ਜਦੋਂ ਸੋਹਣੀ ਪਰਸਨੈਲਿਟੀ ਹੋਵੇ ਤੇ ਉੱਪਰ ਲਿਬਾਸ ਉਹਦੇ ਤੋਂ ਵੀ ਸੋਹਣਾ ਪਾਇਆ ਹੋਵੇ, ਤੇ ਜੋਬਨ ਢਲਕਾ ਮਾਰਦਾ ਪਿਆ ਹੈ। ਤੇ ਮਹਾਰਾਜ ਬੈਠੇ ਨੇ ਜੀ ਕਸ਼ਮੀਰ ਦੀ ਧਰਤੀ ਤੇ ਸ਼ਾਲੀਮਾਰ ਬਾਗ ਦੇ ਵਿੱਚ। ਹੁਣ ਵੇਖਿਓ, ਗੁਰੂ ਹਰਗੋਬਿੰਦ ਸਾਹਿਬ ਬੈਠੇ, ਤੇ ਜਿੱਥੇ ਮੇਰਾ ਗੁਰੂ ਬੈਂਦਾ ਰਿਹਾ, ਸਿੱਖ ਉੱਥੇ ਵੱਡੀ ਗਿਣਤੀ 'ਚ ਗੁਰੂ ਦੇ ਕੋਲ ਸ਼ਰਧਾ ਨਾਲ ਮੱਥਾ ਟੇਕਣ ਵਾਸਤੇ ਆਉਂਦੇ ਰਹੇ। ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਚੋਂ ਜਿੰਨੀਆਂ ਸਾਖੀਆਂ ਪੜ੍ਹੋਗੇ, ਉਹਨਾਂ ਸਿੱਖਾਂ ਦਾ ਭਰੋਸਾ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਕਿੱਡਾ ਵੱਡਾ ਭਰੋਸਾ ਸੀ। ਸਿੱਖ ਜਿੱਦ ਕਰ ਬੈਠੇ, ਮਹਾਰਾਜ ਅਸੀਂ ਤੇ ਇੱਥੇ ਜੰਗਲ ਵਿੱਚ ਬੈਠੇ ਆ, ਸੱਚ ਜਾਣਿਓ ਇੱਥੇ ਜਲ ਵੀ ਤੁਹਾਡੇ ਮੂੰਹ ਤੋਂ ਛਕਣਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੀ ਫਰਿਆਦ ਸੁਣ ਕੇ ਉਹਨਾਂ ਦੋ ਪਿਤਾ ਪੁੱਤਰਾਂ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਨੇ। ਭਾਈ ਪੱਲਾ ਜਿੱਦ ਕਰ ਬੈਂਦਾ ਹੈ, ਲੋਕਾਂ ਨੂੰ ਕਹਿੰਦਾ ਹੈ, ਠੀਕ ਹੈ ਤੁਸੀਂ ਪੀਰਾਂ ਨੂੰ ਧਿਆਉਂਦੇ ਹੋ, ਮੇਰੇ ਘਰ 'ਚ ਗਰੀਬੀ ਜ਼ਰੂਰ ਹੈ, ਪਰ ਜਿੱਥੇ ਦੁਨਿਆਵੀ ਗਰੀਬੀ ਹੈ ਮੈਂ ਤੇ ਅੰਦਰੋਂ ਵੀ ਗਰੀਬ ਹਾਂ। ਗੁਰੂ ਹਰਗੋਬਿੰਦ ਸਾਹਿਬ ਉਹਦੀ ਕਮਾਈ ਵੇਖ ਕੇ ਉਹਦੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਕੇ ਆਉਂਦੇ ਨੇ। ਔਰ ਭਰੋਸਾ ਏਡਾ ਵੱਡਾ, ਜੇ ਮਾਤਾ ਸੁਲੱਖਣੀ ਪੁੱਤਾਂ ਦੀ ਅਰਦਾਸ ਕਰਦੀ ਹੈ, ਤੇ ਭਾਵੇਂ ਕਹਿ ਦਿੱਤਾ ਗਿਆ ਮਾਈ ਤੇਰੇ ਕਰਮਾਂ ਵਿੱਚ ਪੁੱਤ ਨਹੀਂ, ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਏਕੇ ਦਾ ਸਾਦਾ ਪਾ ਕੇ 7 ਝੋਲੀ ਵਿੱਚ ਪਾ ਦਿੱਤੇ। ਗੱਲ ਤੇ ਭਰੋਸੇ ਦੀ ਹੈ ਨਾ। ਮਾਤਾ ਭਾਗ ਭਰੀ ਕਸ਼ਮੀਰ 'ਚ ਬੈਠੀ ਹੈ। ਇਹ ਮਾਤਾ ਭਾਗ ਭਰੀ ਕੌਣ ਹੈ? ਗੁਰੂ ਅਮਰਦਾਸ ਨੇ ਜਿਹੜੀਆਂ 22 ਮੰਜੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਸਥਾਪਿਤ ਕੀਤੀਆਂ, ਉਹਦੇ 'ਚ ਔਰਤਾਂ ਨੂੰ ਵੀ ਜਗ੍ਹਾ ਦਿੱਤੀ, ਤੇ ਮਾਈ ਭਾਗ ਭਰੀ ਸਿੱਖ ਧਰਮ ਦਾ ਪ੍ਰਚਾਰ ਭੈਣੋ ਕਸ਼ਮੀਰ ਦੀ ਧਰਤੀ ਤੇ ਕਰਦੀ ਰਹੀ ਹੈ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਜਿੱਥੇ ਸਾਡੇ ਵੀਰ ਬੈਠੇ, ਭੈਣਾਂ ਵੀ ਬੜੀ ਵੱਡੀ ਗਿਣਤੀ ਵਿੱਚ ਹਨ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਨੇ ਇੱਕ ਔਰਤ ਨੂੰ ਇੰਨਾ ਸਤਿਕਾਰ ਦਿੱਤਾ ਹੈ। ਅੱਜ ਵੀ ਭੈਣੋ ਹਿੰਦੂ ਧਰਮ ਦੇ ਅੰਦਰ ਜਨੇਊ ਉਹ ਉੱਚ ਜਾਤੀ ਦੇ ਲੋਕ ਤਾਂ ਪਾ ਸਕਦੇ ਨੇ, ਪਰ ਸੱਚ ਜਾਣਿਓ ਵੈਸ਼ ਪਾਵੇਗਾ, ਖੱਤਰੀ ਪਾਵੇਗਾ, ਬ੍ਰਾਹਮਣ ਪਾਵੇਗਾ, ਨਾ ਔਰਤ ਪਾ ਸਕਦੀ ਹੈ ਤੇ ਨਾ ਕੋਈ ਸ਼ੂਦਰ ਪਾ ਸਕਦਾ ਹੈ। ਇੱਕ ਔਰਤ ਨੂੰ ਕਈਆਂ ਨੇ ਪੈਰ ਦੀ ਜੁੱਤੀ ਕਿਹਾ, ਕਈਆਂ ਨੇ ਬਾਗਨ ਕਿਹਾ। ਇੱਥੋਂ ਤੱਕ ਇਸਲਾਮ ਦੇ ਅੰਦਰ
ਕੋਈ ਔਰਤ ਮਸਜਿਦ ਦੇ ਉੱਤੇ ਜਾ ਕੇ ਨਮਾਜ਼ ਅਦਾ ਨਹੀਂ ਕਰ ਸਕਦੀ, ਬੁੱਧ ਧਰਮ ਦਾ ਪ੍ਰਚਾਰ ਕੋਈ ਔਰਤ ਨਹੀਂ ਕਰ ਸਕਦੀ। ਪਰ ਸਾਡੇ ਗੁਰੂ ਨੇ ਕਿਹਾ, ਕਮਾਲ ਦੀ ਕਿਰਪਾ ਕੀਤੀ, ਬਾਬੇ ਨਾਨਕ ਨੇ ਦੁਨੀਆ ਨੂੰ ਸਮਝਾ ਕੇ ਕਿਹਾ, 32 ਸਲਖਣੀ ਸੱਚ ਸੰਤਤ ਭੂਤ, ਆਗਿਆਕਾਰੀ ਸੁਗੜ ਸਰੂਪ। ਕਿਆ ਕਮਾਲ ਦੇ ਬਚਨ ਲਿਖੇ। ਤੇ ਗੁਰੂ ਅਮਰਦਾਸ ਨੇ ਹੋਰ ਕਿਰਪਾ ਕੀਤੀ, ਜਿੱਥੇ ਭਾਈ ਮੱਥੋ ਮੁਰਾਰੀ, ਬੀਬੀ ਮੱਥੋ ਇੱਕ ਔਰਤ ਹੈ ਜਿਹਦਾ ਵਿਆਹ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਪ੍ਰੇਮੇ ਨਾਲ ਕਰਕੇ ਕਿਹਾ ਸੀ, ਉਹ ਸੰਸਾਰ ਦੇ ਲੋਕੋ ਜੇ ਨਾ ਪ੍ਰੇਮਾ ਰਵੇਗਾ ਤੇ ਲੋਕ ਕਹਿਣਗੇ ਕਿਹੜਾ ਪ੍ਰੇਮਾ। ਕਿਆ ਕਰਨਗੇ ਜੀ, ਉਹ ਫਲਾਨਾ ਪ੍ਰੇਮਾ ਕੋੜੀ, ਕਿਉਂਕਿ ਪਿੰਡਾਂ 'ਚ ਅੱਲ ਪੈ ਜਾਂਦੀ ਹੈ। ਅੱਜ ਵੀ ਕਈਆਂ ਬੰਦਿਆਂ ਨੂੰ ਨਾ ਕਰਕੇ ਨਹੀਂ, ਉਹਨਾਂ ਦੀ ਅੱਲ ਕਰਕੇ ਪਿੰਡਾਂ 'ਚ ਜਾਣਿਆ ਜਾਂਦਾ ਹੈ। ਮਹਾਰਾਜ ਨੇ ਸੋਚਿਆ ਕਿ ਭਾਈ ਸ਼ੀਂਹੇ ਉੱਪਲ ਨੇ ਆਪਣੀ ਧੀ ਬੀਬੀ ਮੱਥੋ ਦਾ ਆਨੰਦ ਕਾਰਜ ਵਿਆਹ ਮੇਰੇ ਕਹਿਣ ਤੇ ਇਸ ਸਿੱਖ ਭਾਈ ਪ੍ਰੇਮੇ ਨਾਲ ਕਰ ਦਿੱਤਾ ਹੈ। ਉਹ ਗੁਰੂ ਨੇ ਵੇਖੋ ਕਾਇਆ ਕਿਵੇਂ ਕਲਪ ਕੀਤੀ। ਉਹਨਾਂ ਕਿਹਾ, ਸ਼ੀਆਂ ਜੀ ਜੇ ਤੁਹਾਡੀ ਬੀਬੀ ਮੱਥੋ ਹੈ, ਜਾਓ ਅੱਜ ਤੋਂ ਬਾਅਦ ਇਹ ਵੀ ਪ੍ਰੇਮਾ ਨਹੀਂ ਰਵੇਗਾ, ਗੁਰੂ ਅਮਰਦਾਸ ਦੇ ਘਰ ਦਾ ਮੁਰਾਰੀ ਬਣ ਕੇ ਸੇਵਾ ਕਰੇਗਾ। ਮਹਾਰਾਜ ਨੇ ਸਾਂਝੀ ਮੰਜੀ ਬਖਸ਼ੀ ਜੀ ਉਹਨਾਂ ਨੂੰ, ਔਰ ਅੰਤਰ ਜਾਤੀ ਪਹਿਲਾ ਵਿਆਹ ਗੁਰੂ ਅਮਰਦਾਸ ਨੇ ਉਸ ਟਾਈਮ ਤੇ ਕੀਤਾ। ਉਹਦੇ ਤੋਂ ਬਾਅਦ ਇਹਨਾਂ ਔਰਤਾਂ ਦੇ ਵਿੱਚ ਮਾਤਾ ਭਾਗ ਭਰੀ ਵੀ ਸ਼ਾਮਲ ਹੋਈ, ਜਿਹਨੂੰ ਗੁਰੂ ਨੇ ਇੱਕ ਮੰਜੀ ਬਖਸ਼ੀ। ਤੇ ਅੱਜ 6ਵੇਂ ਪਾਤਸ਼ਾਹ ਦੇ ਸਮੇਂ ਤੱਕ ਕਸ਼ਮੀਰ ਦੀ ਧਰਤੀ ਤੇ ਚੋਲਾ ਤਿਆਰ ਕਰਕੇ ਬੈਂਦੀ ਹੈ ਤੇ ਜਿੱਦ ਕਰਦੀ ਹੈ, ਗੁਰੂ ਤੂੰ ਆਵੇਂਗਾ ਤੇ ਮੈਂ ਚਾਹੁੰਦੀ ਹਾਂ ਸਰੀਰ ਵੀ ਉਦੋਂ ਛੱਡਾਂ, ਇਹ ਚੋਲਾ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰੇ ਸਪੁਰਦ ਕਰ ਦਿਆਂ। ਵੇਖੋ ਤਰਕ ਕਰਨ ਵਾਲਾ ਬੰਦਾ ਕਹੇਗਾ ਵੀ ਇਹਦੇ ਚੋਂ ਮਿਲਦਾ ਕੀ ਹੈ, ਪਰ ਸੱਚ ਜਾਣਿਓ, ਜਿਨ੍ਹਾਂ ਦਾ ਸਿਦਕ ਤੇ ਭਰੋਸਾ ਗੁਰੂ ਦੇ ਉੱਤੇ ਹੋਵੇ ਨਾ, ਉਹ ਬੰਦੇ ਕਦੇ ਕਿੰਤੂ ਪਰੰਤੂ 'ਚ ਨਹੀਂ ਪੈਂਦੇ। ਆ ਕੱਲ ਨਗਰ ਕੀਰਤਨ ਆਇਆ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ। ਮੈਂ ਕਈ ਵਾਰ ਸੋਚਦਾ ਕਿ ਦੋ ਤਰ੍ਹਾਂ ਦੀ ਭਾਗਾਂ ਵਾਲਿਓ ਤਸਵੀਰ ਬਣ ਗਈ ਅੱਜ ਸਮਾਜ 'ਚ, ਦੋ ਤਰ੍ਹਾਂ ਦੀ। ਇੱਕ ਤੇ ਉਹ ਲੋਕ ਨੇ ਜਿਹੜੇ ਸੰਸਾਰਿਕ ਤੌਰ ਤੇ ਪ੍ਰੈਕਟੀਕਲ ਕੰਮ ਨਹੀਂ ਕਰਦੇ, ਉਹ ਸਿਰਫ ਫੇਸਬੁੱਕ ਚਲਾਉਣਾ ਜਾਣਦੇ ਨੇ, ਇੰਟਰਨੈਟ ਚਲਾਉਣਾ ਜਾਣਦੇ ਨੇ। ਜੇ ਸਿੱਖਾਂ ਨੇ ਲੰਗਰ ਲਾਏ, ਉਹਨਾਂ ਦੀ ਡਿਊਟੀ ਮੰਨ ਲਓ ਕਿਸੇ ਨੇ ਲਾਈ ਹੈ ਵੀ ਤੁਸੀਂ ਲੰਗਰਾਂ ਦੇ ਵਿਰੁੱਧ ਬੋਲੋ। ਜੇ ਸਿੱਖਾਂ ਨੇ ਛਬੀਲਾਂ ਲਾਈਆਂ, ਉਹਨਾਂ ਦੀ ਡਿਊਟੀ ਲਾਈ ਤੁਸੀਂ ਛਬੀਲਾਂ ਦੇ ਵਿਰੁੱਧ ਬੋਲੋ। ਉਹ ਮੈਂ ਤੇ ਹੈਰਾਨ ਆ, ਇਹ ਕਿੱਡੇ ਵੱਡੇ ਸਿਧਾਂਤ ਨੇ ਜਿਹੜੇ ਗੁਰੂ ਨੇ ਸਾਡੀ ਝੋਲੀ 'ਚ ਪਾਏ। ਅੱਜ ਸਾਨੂੰ ਕੇਵਲ ਸਾਡਾ ਕੇਂਦਰੀ ਸਥਾਨ ਦੀਦਾ ਹੈ। ਵੇਖੋ ਜੀ ਚੜਾਵਾ ਬੜਾ ਚੜਦਾ। ਮੈਂ ਤੁਹਾਡੇ ਚਰਨਾਂ 'ਚ ਮੀਡੀਆ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ। ਵੇਖੋ ਤੁਸੀਂ ਹਿੰਦੁਸਤਾਨ ਦੇ ਮੰਦਰਾਂ 'ਚ ਜਾਓ, ਤੁਹਾਨੂੰ ਉਹ ਮੰਦਰ ਮਿਲਣਗੇ ਜਿੱਥੇ ਅਰਬਾਂ ਖਰਬਾਂ ਰੁਪਈਆਂ ਦਾ ਸੋਨਾ ਵੱਖਰਾ ਜਮਾ ਹੈ, ਤੇ ਜਿੱਥੇ ਖਰਬਾਂ ਰੁਪਈਆ ਉਹਨਾਂ ਦੇ ਖਾਤਿਆਂ 'ਚ ਪਿਆ ਹੋਇਆ, ਉੱਥੇ ਚਲੇ ਜਿਓ। ਲੰਗਰ ਤੇ ਦੂਰ ਦੀ ਗੱਲ, ਤੁਸੀਂ ਪੀਣ ਵਾਸਤੇ ਪਾਣੀ ਦੀ ਘੁੱਟ ਨੂੰ ਵੀ ਤਰਸੋਗੇ। ਪਾਣੀ 20 ਰੁਪਈਆਂ ਦਾ ਮੁੱਲ ਲੈ ਕੇ ਪੀਣਾ ਪਵੇਗਾ। ਪਰ ਸਾਧ ਸੰਗਤ, ਜੇ ਸਿੱਖਾਂ ਦੇ ਕੋਲ ਮਾਇਆ ਹੈ ਤੇ ਅੱਜ ਕੋਈ ਦੁਨੀਆ ਦੀ ਤਾਕਤ ਇਹ ਨਹੀਂ ਕਹਿ ਸਕਦੀ ਵੀ ਅਸੀਂ ਗੁਰਦੁਆਰੇ 'ਚ ਗਏ ਆ, ਅਸੀਂ ਹਰਮੰਦਰ ਸਾਹਿਬ ਗਏ ਆ, ਸਾਨੂੰ ਲੰਗਰ ਨਹੀਂ ਮਿਲਿਆ ਜਾਂ ਸਾਡੇ ਨਾਲ ਕੋਈ ਧੱਕਾ ਹੋਇਆ। ਸੱਚ ਜਾਣਿਓ ਗੁਰੂ ਕੀ ਸਾਧ ਸੰਗਤ, ਮਾਇਆ ਸਾਡੇ ਕੋਲ ਵੀ ਹੈ, ਪਰ ਮੰਦਰਾਂ ਦੇ ਬਰਾਬਰ ਸਾਡੇ ਕੋਲ ਕੇਵਲ 5% ਹੈ। ਪਰ ਉਹਦੇ ਬਰਾਬਰ ਦੂਜੀ ਕੌਮ 'ਚ ਤੁਹਾਨੂੰ ਨਹੀਂ ਇਹ ਕੁਝ ਮਿਲੇਗਾ। ਪਰ ਜਦੋਂ ਤੁਸੀਂ ਹਰਮੰਦਰ ਸਾਹਿਬ ਜਾਓਗੇ, 4 ਲੱਖ ਬੰਦਾ ਰੋਜ਼ ਗੁਰੂ ਰਾਮਦਾਸ ਦੇ ਘਰ 'ਚ ਬਹਿ ਕੇ ਪੰਗਤ ਵਿੱਚ ਲੰਗਰ ਛਕਦਾ ਹੈ। 4 ਲੱਖ। ਔਰ ਇਹ ਵੀ ਮੈਂ ਬੇਨਤੀ ਕਰਦਿਆਂ, ਤੁਸੀਂ ਨਿਗਾਹ ਮਾਰ ਕੇ ਵੇਖੋ ਪੂਰੇ ਭਾਰਤ ਵੱਲ ਨਹੀਂ, ਵਿਸ਼ਵ ਵੱਲ। ਜਦੋਂ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਹੈ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਉਸੇ ਹੀ ਲੰਗਰ 'ਚੋਂ ਬਰਤਨ ਲੈ ਕੇ ਉਸ ਧਰਤੀ ਤੇ ਪਹੁੰਚ ਜਾਂਦੇ ਨੇ। ਆ ਘੱਗਰ ਦਰਿਆ ਪਿੱਛੇ ਜੇ ਹੜ੍ਹ ਆ ਗਿਆ, 1 ਮਹੀਨੇ ਤੋਂ ਵੱਧ ਸਿੱਖ ਸੰਗਤਾਂ ਨੇ ਉੱਥੇ ਲੰਗਰ ਲਾਇਆ। ਇੱਥੇ ਹੀ ਬਸ ਨਹੀਂ, ਕੇਰਲਾ ਦੀ ਧਰਤੀ ਤੇ ਅਸੀਂ ਆਪ ਜਾ ਕੇ ਵੇਖਿਆ, ਕਸ਼ਮੀਰ ਦੀ ਧਰਤੀ ਤੇ ਅਸੀਂ ਆਪ ਜਾ ਕੇ ਵੇਖਿਆ। ਉਹ ਗੁਰੂ ਦੇ ਚੜਾਵੇ ਦੇ ਵਿਰੁੱਧ ਬੋਲਣ ਵਾਲੇ ਲੋਕਾਂ ਨੂੰ ਮੈਂ ਆਮ ਕਰਕੇ ਕਹਿਣਾ ਹੁੰਨਾ, ਕੋਈ ਬੋਲ ਕੇ ਵਿਖਾਵੇ ਉਸ ਪਾਸੇ ਜਿੰਨਾ ਕੋ ਖਰਬਾਂ ਰੁਪਈਆ ਜਮਾ ਹੈ, ਪਰ ਇੱਧਰ ਤੇ ਲੰਗਰ ਵੀ ਚੱਲਦੇ ਆ ਤੇ ਛਬੀਲਾਂ ਵੀ ਚੱਲਦੀਆਂ। ਉਹਦਾ ਇੱਕ ਕਾਰਨ ਹੈ ਜੀ, ਇਹ ਬਖਸ਼ਿਸ਼ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੀ ਝੋਲੀ 'ਚ ਪਾਈ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, 7 ਸਾਲ ਭਾਈ ਲਹਿਣੇ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ। 1532 ਤੋਂ ਲੈ ਕੇ ਤੇ 1539 ਤੱਕ ਗੁਰੂ ਨਾਨਕ ਦੇਵ ਨੇ ਕਿਰਪਾ ਕੀਤੀ। ਅੱਜ ਲਹਿਣੇ ਤੋਂ ਅੰਗਦ ਭਾਵ ਕੇ ਆਪਣਾ ਅੰਗ ਬਣਾ ਲਿਆ। ਜਦੋਂ ਅੰਗਦ ਬਣ ਕੇ ਖਡੂਰ ਦੀ ਧਰਤੀ ਤੇ ਆਉਂਦੇ ਨੇ ਤੇ ਮਾਂ ਖੀਵੀ, ਭੈਣੋ ਇੱਕੋ ਹੀ ਔਰਤ ਦਾ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੈ। ਉਹ ਗੁਰੂ ਅੰਗਦ ਦੇਵ ਦੇ ਮਹਿਲ ਮਾਤਾ ਖੀਵੀ ਜੀ ਹਨ, ਜਿਹੜੇ ਬੜੇ ਸਤਿਕਾਰਯੋਗ ਨੇ। ਔਰ ਇੰਨੇ ਹਮਦਰਦੀ ਸੀ ਗਰੀਬਾਂ ਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ, ਜੇ ਕੋਈ ਸਿੱਖ ਆਉਣਾ ਤੇ ਪੈਰਾਂ ਦੀਆਂ ਵਿਆਈਆਂ ਪਾਟੀਆਂ ਪੈਰੀ ਪਾਉਣ ਵਾਸਤੇ ਜੋੜਾ ਨਹੀਂ। ਜੇ ਕੋਈ ਸਿੱਖ ਆਉਣਾ
ਤੇ ਉਹਦਾ ਚੋਲਾ ਫਟਿਆ। ਇੰਨੀ ਮਾਇਆ ਨਹੀਂ ਵੀ ਬਾਜ਼ਾਰੋਂ ਕੱਪੜਾ ਲਿਆ ਕੇ ਸਵਾ ਕੇ ਗਲ ਪਾ ਸਕੇ। ਮਾਂ ਖੀਵੀ ਨੇ ਆਪਣੀ ਜੇਬ ਚੋਂ 4 ਦਮੜੇ ਕੱਢ ਕੇ ਸਿੱਖ ਦੇ ਹੱਥ ਤੇ ਰੱਖ ਕੇ ਕਹਿਣਾ, ਪੁੱਤ ਵੇ ਤੂੰ ਗੁਰੂ ਅੰਗਦ ਦੇਵ ਦਾ ਸਿੱਖ ਹੈ, ਵੇਖੀ ਜੇ ਕਿਤੇ ਜੋੜੇ ਦੀ ਜਾਂ ਚੋਲੇ ਦੀ ਲੋੜ ਪਈ ਨਾ, ਆਪਣੇ ਗੁਰੂ ਦਾ ਦਰਬਾਰ ਛੱਡ ਕੇ ਕਿਸੇ ਹੋਰ ਥਾਂ ਤੇ ਨਾ ਜਾਈ। ਇਸ ਕਰਕੇ ਤੂੰ ਇੱਥੇ ਆਵੇਂਗਾ ਤੇ ਤੈਨੂੰ ਦੌਲਤ ਮਿਲੇਗੀ ਤੇ ਲੰਗਰ ਵੀ ਮਿਲੇਗਾ। ਇੱਕੋ ਹੀ ਲੰਗਰ ਜਿਹਦੇ ਵਿੱਚ ਲੰਗਰ ਵੀ ਮਿਲਦਾ ਹੈ ਤੇ ਨਾਲ ਮਾਤਾ ਖੀਵੀਂ ਦੌਲਤਾਂ ਵੰਡਦੀ ਪਈ ਹੈ। ਮੈਂ ਬੇਨਤੀ ਕਰ ਰਿਹਾ ਸੀ, ਹਜੂਰ ਆਏ ਜੀ ਲਹਿਣੇ ਤੋਂ ਅੰਗਦ ਬਣ ਕੇ, ਤੇ ਮਾਂ ਖੀਵੀਂ ਉਹਨਾਂ ਨੇ ਸਾਧ ਸੰਗਤ ਵੇਖਿਆ ਕਿ ਮੇਰੇ ਸਿਰ ਦਾ ਸਾਈਂ ਪਤੀ ਪਰਮੇਸ਼ਰ ਗੁਰੂ ਅੰਗਦ ਦੇਵ ਮਹਾਰਾਜ ਅੱਜ ਲਹਿਣੇ ਤੋਂ ਅੰਗਦ ਬਣ ਕੇ ਗੁਰੂ ਜੋਤ ਪ੍ਰਵੇਸ਼ ਕਰ ਚੁੱਕੀ ਤੇ ਉਹ ਖਡੂਰ ਦੀ ਧਰਤੀ ਤੇ ਆਏ ਨੇ। ਭੈਣੋ ਐਦਾਂ ਝੋਲੀ ਅੱਡ ਕੇ ਗਿਆਨੀ ਗਿਆਨ ਸਿੰਘ ਲਿਖਦੇ ਆਪਣੇ ਗ੍ਰੰਥ ਵਿੱਚ ਕਿ ਮਾਤਾ ਖੀਵੀਂ ਜੀ ਨੇ ਇੱਕ ਬਚਨ ਕੀਤਾ, ਸਿਰ ਦੇ ਸਾਈਂ ਤੁਸੀਂ ਗੁਰੂ ਨਾਨਕ ਦੇ ਘਰ ਚੋਂ ਬੜਾ ਕੁਝ ਲੈ ਕੇ ਆਏ ਹੋ, ਪਰ ਮੇਰੀ ਗਰੀਬਣੀ ਵਾਸਤੇ ਵੀ ਕੁਝ ਲੈ ਆਉਂਦੇ। ਉੱਥੇ ਗੁਰੂ ਅੰਗਦ ਸਾਹਿਬ ਲੰਗਰ ਵਿੱਚ ਜਾਂਦੇ ਨੇ। ਲੰਗਰ ਤਿਆਰ ਕਰਨ ਵਾਲਾ ਉਹ ਸਮਗਰੀ ਜਿਹੜੀ ਇੱਕ ਕੜਛਾ ਹੱਥ ਵਿੱਚ ਫੜਦੇ ਨੇ ਤੇ ਮਾਂ ਖੀਵੀਂ ਦੇ ਹੱਥ ਵਿੱਚ ਦੇ ਕੇ ਕਹਿੰਦੇ, ਖੀਵੀਂ ਆ ਲੈ ਕੜਛਾ, ਅੱਜ ਤੋਂ ਬਾਅਦ ਅਸੀਂ ਦੋਵੇਂ ਹੀ ਬਾਬੇ ਨਾਨਕ ਦੇ ਘਰ ਦੇ ਲਾਂਗਰੀ ਬਣ ਕੇ ਸੇਵਾ ਕਰਾਂਗੇ। ਤੇ ਖੀਵੀਂ ਜੀ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਲਾਂਗਰੀ? ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਹਾਂ ਲਾਂਗਰੀ, ਮੈਂ ਸ਼ਬਦ ਦਾ ਲੰਗਰ ਚਲਾਇਆ ਕਰਾਂਗਾ ਤੇ ਤੂੰ ਦੁਨਿਆਵੀ ਲੰਗਰ ਚਲਾਇਆ ਕਰੇਂਗੀ। ਵੇਖੀ ਬਾਬੇ ਨਾਨਕ ਦੀਆਂ ਬਰਕਤਾਂ ਰਹਿੰਦੀ ਦੁਨੀਆ ਤੱਕ ਦੋਵੇਂ ਲੰਗਰ ਜੁਗੋ ਜੁਗ ਅਟੱਲ ਚੱਲਦੇ ਰਹਿਣਗੇ। ਅੱਜ ਵੀ ਦੋਵੇਂ ਚੱਲਦੇ ਪਏ ਨੇ। ਹੁਣ ਇੱਕ ਲੰਗਰ ਹੈ ਜਿਹੜਾ ਆਪਾਂ ਹੁਣ ਬਹਿ ਕੇ ਛਕ ਰਹੇ ਹਾਂ। ਇਹਦੇ ਬਾਰੇ ਹਜੂਰ ਨੇ ਬਾਣੀ 'ਚ ਕਿੱਡਾ ਪਿਆਰਾ ਲਿਖਿਆ। ਮਹਾਰਾਜ ਕਹਿੰਦੇ, ਲੰਗਰ ਚੱਲੇ ਗੁਰ ਸ਼ਬਦ ਹਰ, ਤੋੜ ਨਾ ਆਵੀਂ ਖਟੀਐ, ਖਰਚੇ ਦੇ ਤਖਸਾਮ ਦੀ ਆਪ ਖੈਂਦੀ ਖੈਰ ਦਬਟੀਐ। ਫਿਰ ਅੱਗੇ ਮਾਲਕ ਨੇ ਇਸ ਲੰਗਰ ਬਾਰੇ ਲਿਖ ਦਿੱਤਾ, ਹੋਵੇ ਸਿਫਤ ਖਸਾਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਮਹਾਰਾਜ ਲੰਗਰ ਛਕਣ ਨਾਲ ਜਨਮਾਂ ਜਨਮਾਂਤਰਾਂ ਦੀ ਮਹਿਲ ਕੱਟੀ ਜਾਂਦੀ। ਇੱਕ ਦੁਨਿਆਵੀ ਲੰਗਰ ਭੈਣੋ ਜਿਹੜਾ ਮਾਂ ਖੀਵੀਂ ਨੇ ਖਡੂਰ ਦੀ ਧਰਤੀ ਤੇ ਚਲਾਇਆ ਤੇ ਉਹਨਾਂ ਬਾਰੇ ਵੀ ਬਾਣੀ 'ਚ ਲਿਖ ਦਿੱਤਾ ਗਿਆ, ਬਲਵੰਡ ਖੀਵੀਂ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਵੀ ਤੇ ਦੌਲਤ ਵੀ, ਦੋ ਚੀਜ਼ਾਂ ਬਾਬੇ ਨਾਨਕ ਦੇ ਘਰ ਚੋਂ ਮਿਲਦੀਆਂ ਨੇ ਭਾਗਾਂ ਵਾਲਿਓ। ਉਦੋਂ ਵੀ ਮਿਲਦੀਆਂ ਸੀ, ਅੱਜ ਵੀ ਮਿਲਦੀਆਂ ਨੇ। ਗੱਲ ਭਰੋਸੇ ਦੀ ਹੈ। ਜਿਹਦਾ ਭਰੋਸਾ ਮੀਰੀ ਪੀਰੀ ਦੇ ਮਾਲਕ ਤੇ ਹੋਵੇਗਾ, ਉਹ ਮੇਰਾ ਗੁਰੂ ਕੰਗਾਲ ਤੋਂ ਬਾਦਸ਼ਾਹੀ ਬਖਸ਼ਿਸ਼ ਕਰ ਦਿੰਦਾ ਹੈ। ਤੇ ਬਖਸ਼ੀਆਂ ਮੇਰੇ ਮਾਲਕ ਨੇ, ਐਵੇਂ ਥੋੜੀ ਬਾਣੀ 'ਚ ਲਿਖਿਆ। ਹਜੂਰ ਕਹਿੰਦੇ, ਨਦੀਆਂ ਵਿੱਚ ਟਿੱਬੇ ਦੇ ਖਾਲੇ, ਥੱਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆ। ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਇੱਕ ਇੱਕ ਅੱਖਰ ਗੱਲ ਭਰੋਸੇ ਦੀ ਹੈ। ਵੇਖੋ, ਕਿਸੇ ਵੀ ਸਿੱਖ ਨੇ ਭਰੋਸਾ ਰੱਖਿਆ, ਮੇਰੇ ਮਾਲਕ ਨੇ ਉਹਦੇ ਤੇ ਕਿਰਪਾ ਕੀਤੀ, ਬਖਸ਼ਿਸ਼ ਕਰ ਦਿੱਤੀ। ਤੇ ਮੈਂ ਬੇਨਤੀ ਕਰ ਰਿਹਾ ਸੀ, ਨਗਰ ਕੀਰਤਨ ਆਇਆ, ਮੀਂਹ ਪੈ ਗਿਆ ਅਟਾਰੀ ਸਰਹੱਦ ਤੇ ਲੋਕ ਖਿੰਡਰ ਪੁੰਡਰ ਗਏ। ਇੱਕ ਬੀਬੀ ਅਸੀਂ ਆਪਣੀਆਂ ਅੱਖਾਂ ਨਾਲ ਵੇਖੀ। ਮੇਰੇ ਨਾਲ ਸਾਡੇ ਕੁਝ ਪ੍ਰਚਾਰਕ ਸਟੇਜ ਤੇ ਉੱਥੇ ਬੈਠੇ ਸਨ ਜਿਹੜੇ ਇਸ ਗੱਲ ਦੇ ਗਵਾਹ ਨੇ, ਤੇ ਕੁਝ ਵੀਰ ਮੇਰੇ ਨਾਲ ਆਏ ਨੇ, ਇਹ ਵੀ ਉਸ ਗੱਲ ਦੇ ਗਵਾਹ ਨੇ। ਵਰਦੇ ਮੀਂਹ ਵਿੱਚ ਉਹਦੇ ਹੱਥ ਜੁੜੇ ਨੇ ਤੇ ਧੰਨ ਗੁਰੂ ਨਾਨਕ ਐਦਾਂ ਕਰ ਰਹੀ ਹੈ। ਉਹਨੂੰ ਨਹੀਂ ਪਤਾ ਵੀ ਉੱਤੋਂ ਮੀਂਹ ਪੈ ਰਿਹਾ ਹੈ, ਉਹਨੂੰ ਨਹੀਂ ਪਤਾ ਵੀ ਇੱਥੇ ਡਿਸਟਰਬਿੰਗ ਵਾਲਾ ਮਾਹੌਲ ਬਣ ਗਿਆ ਹੈ। ਮੈਂ ਕਹਿੰਦਾ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸੱਚਮੁੱਚ ਤੇਰੀ ਸੰਗਤ ਵਿੱਚ ਆ ਕੇ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਹੈ, ਉਹ ਉਦਾਂ ਦਾ ਸੰਸਾਰ ਦੇ ਉੱਤੇ ਹੋ ਕੇ ਵਿਚਰਦਾ ਹੈ। ਮਾਂ ਭਾਗ ਭਰੀ ਨੇ ਮਨ 'ਚ ਭਾਵਨਾ ਬਣਾਈ ਸੀ, ਮਹਾਰਾਜ ਤੂੰ ਆਏਗਾ, ਤੇ ਉਹਦੀ ਜਿੱਦ ਦੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੂੰ ਝੁਕਣਾ ਪਿਆ। ਕਿਉਂਕਿ ਸਾਡਾ ਗੁਰੂ ਐਡਾ ਮਹਾਨ ਹੈ, ਉਹਨੇ ਸਿੱਖ ਦੇ ਜਨਮਾਂ ਦੇ ਬੰਧਨ ਕੱਟ ਕੇ ਰੱਖ ਦਿੱਤੇ। ਬਾਣੀ ਕਹਿੰਦੀ ਹੈ ਨਾ ਕਿ ਗੁਰ ਕਾ ਸਿੱਖ ਵਿਕਾਰ ਤੇ ਹਟੇ। ਮਹਾਰਾਜ ਕਹਿੰਦੇ ਸਿੱਖ ਨੂੰ ਵਿਕਾਰਾਂ ਤੋਂ ਹਟਾ ਲਿਆ, ਔਰ ਇੱਥੋਂ ਤੱਕ ਉਹਦੇ ਸਾਰੇ ਬੰਧਨ ਗੁਰੂ ਪਾਤਸ਼ਾਹ ਨੇ ਕੱਢ ਦਿੱਤੇ। ਭਾਵੇਂ ਕਿ ਉਹਦੇ ਪੁੱਤਰ ਦਾ ਵੀ ਵਿਸ਼ਵਾਸ ਨਹੀਂ ਸੀ। ਮਾਂ, ਇਹ ਕਿਹੜੀ ਜਿੱਦ ਲੈ ਕੇ ਬੈਠੀ ਹੈ? ਪਰ ਵੇਖੋ, ਕਸ਼ਮੀਰ ਦੀ ਧਰਤੀ, ਨਾ ਕੋਈ ਉਦੋਂ ਰਸਤਾ ਬਣਿਆ ਸੀ, ਨਾ ਅੱਜ ਵਰਗੀਆਂ ਸਹੂਲਤਾਂ ਸਨ। ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ, ਸਿੱਖਾਂ ਨੂੰ ਕਹਿੰਦੇ ਚਲੋ ਜੰਮੂ ਕਸ਼ਮੀਰ ਦੀ ਧਰਤੀ ਵੱਲ ਨੂੰ ਚੱਲਾਂਗੇ। ਸਿੱਖ ਕਹਿਣ ਲੱਗੇ, ਮਹਾਰਾਜ ਕਾਹਲੀ ਕਿਉਂ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਕਹਿੰਦੇ ਸਿੱਖੋ, ਇੱਕ ਭਾਵਨਾ ਨਾਲ ਕੋਈ ਸਿੱਖ ਯਾਦ ਕਰਦਾ ਪਿਆ, ਆਪਾਂ ਉਹਦੇ ਘਰ ਵਿੱਚ ਜਾ ਕੇ ਉਹਨੂੰ ਦਰਸ਼ਨ ਦੇਣੇ ਹਨ। ਵੇਖਿਓ, ਮਾਂ ਨੇ ਰਾਤ ਦਿਨ ਯਾਦ ਕੀਤਾ
ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ, ਇਤਿਹਾਸ ਕਹਿੰਦਾ ਮਾਤਾ ਭਾਗ ਭਰੀ ਬੂਹਾ ਖੋਲਦੀ ਹੈ, ਆਪਣੀਆਂ ਅੱਖਾਂ ਨਾਲ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਦੀ ਹੈ। ਬੋਲਣਾ ਚਾਹੁੰਦੀ, ਜ਼ੁਬਾਨ ਇਜਾਜ਼ਤ ਨਹੀਂ ਦੇ ਰਹੀ, ਅੱਖਾਂ ਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਹਿ ਰਹੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਮਾਤਾ ਜੀ ਘਰ ਆਉਣ ਵਾਸਤੇ ਵੀ ਕਹੋਗੇ ਤੇ ਅਸੀਂ ਇੱਥੇ ਹੀ ਖੜੇ ਰਵਾਂਗੇ। ਵੇਖੋ ਅੱਖਾਂ ਵਿੱਚ ਹੰਝੂ। ਤੇ ਮਹਾਰਾਜ ਨੂੰ ਕਹਿੰਦੀ, ਸੱਚੇ ਪਾਤਸ਼ਾਹ ਇਹ ਰੋਣਾ ਪਿਆਰ ਤੇ ਬੈਰਾਗ ਦਾ ਰੋਣਾ ਹੈ। ਮੇਰੇ ਪੁੱਤਰ ਦਾ ਵੀ ਵਿਸ਼ਵਾਸ ਉੱਠ ਗਿਆ ਸੀ ਤੇ ਲੋਕ ਤਾਨੇ ਮਾਰਦੇ ਸੀ, ਕਿੱਥੇ ਅੰਮ੍ਰਿਤਸਰ ਦੀ ਧਰਤੀ ਤੇ ਕਿੱਥੇ ਕਸ਼ਮੀਰ ਦੀ ਧਰਤੀ, ਕੀ ਤੇਰਾ ਗੁਰੂ ਆ ਸਕਦਾ ਹੈ? ਪਰ ਸਿੱਖ ਦੇ ਭਰੋਸੇ ਅੱਗੇ ਗੁਰੂ ਪਾਤਸ਼ਾਹ ਨੇ ਆਪਣਾ ਆਪ ਸਮਰਪਿਤ ਕਰ ਦਿੱਤਾ। ਉਹਨੇ ਸਰੀਰ ਹੀ ਉਦੋਂ ਛੱਡਿਆ ਜਿੰਨਾ ਚਿਰ ਗੁਰੂ ਦੇ ਦਰਸ਼ਨ ਨਹੀਂ ਕਰ ਲਏ। ਖੈਰ ਮੈਂ ਬੇਨਤੀ ਕਰਾਂ, ਮੈਂ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਢਾਡੀਆਂ ਨੇ ਗਾਇਆ, ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਮੌਜੂਦਾ ਸਮੇਂ ਦੇ ਬਾਦਸ਼ਾਹ ਨੂੰ ਕਹਿ ਦੇਣਾ ਕਿ ਵੇਖੋ ਜੀ ਤੁਹਾਡੀ ਪੱਗ ਕੁਛ ਵੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੀ ਪੱਗ ਦੇ ਸਾਹਮਣੇ। ਇਹ ਬੜੀ ਵੱਡੀ ਦਲੇਰੀ ਵਾਲੀ ਗੱਲ ਸੀ, ਬਹੁਤ ਵੱਡੀ ਦਲੇਰੀ ਵਾਲੀ। ਉਹ ਕਿਉਂ ਕਿਹਾ ਉਹਨਾਂ ਨੇ? ਕਿਉਂਕਿ ਮੇਰੇ ਪਾਤਸ਼ਾਹ ਦਾ ਆਚਰਣ, ਮੇਰੇ ਪਾਤਸ਼ਾਹ ਦਾ ਸੁਭਾਅ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦ੍ਰਿਸ਼ਟੀ, ਉਹਨਾਂ ਦਾ ਤੇਜ ਪ੍ਰਤਾਪ, ਉਹ ਇਦਾਂ ਦਾ ਸੀ ਭਾਗਾਂ ਵਾਲਿਓ ਕਿ ਸੱਚਮੁੱਚ ਉਹਨਾਂ ਨੂੰ ਹਰ ਇੱਕ ਨੇ ਆਪਣਾ ਜਾਣਿਆ। ਭਾਵੇਂ ਕੋਈ ਮੁਸਲਮਾਨ ਸੀ ਤੇ ਭਾਵੇਂ ਕੋਈ ਹਿੰਦੂ ਸੀ, ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਝੁਕਦੇ ਸਨ। ਮਾਲਵਾ ਬੈਲਟ ਦੇ ਮੈਂ ਕਹਿੰਦਾ ਵੱਡੇ ਭਾਗ ਨੇ। ਇਸ ਇਲਾਕੇ 'ਚ ਸਭ ਤੋਂ ਵੱਧ ਜੇ ਕਿਸੇ ਗੁਰੂ ਨੇ ਵਿਚਰਨਾ ਕੀਤਾ ਹੈ ਤੇ ਉਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੇ ਮਾਲਵਾ ਦੇਸ਼, ਇਹਨੂੰ ਪਹਿਲਾਂ ਦੇਸ਼ ਕਿਹਾ ਜਾਂਦਾ ਕਾਗਜ਼ਾਂ ਦੇ ਅੰਦਰ, ਇਹ ਮਾਲਵੇ ਦੀ ਧਰਤੀ ਨੂੰ ਪਵਿੱਤਰ ਕੀਤਾ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ। ਮੈਂ ਬੇਨਤੀ ਕਰ ਰਿਹਾ ਸੀ, ਜਵਾਨੀ ਦੀ ਉਮਰ ਔਰ ਸਰੀਰ ਦਾ ਤੇਜ ਪ੍ਰਭਾਵ, ਕੱਪੜੇ ਜਿਹੜੇ ਸੀ ਉਹ ਬਾਦਸ਼ਾਹਾਂ ਵਾਲੇ, ਔਰ ਐਡਾ ਸੋਹਣਾ ਸਰੂਪ ਕਿ 1624 ਦੀ ਘਟਨਾ ਤੇ ਮਹਾਰਾਜ ਜਵਾਨੀ ਦੇ ਵਿੱਚ ਨੇ। ਉਮਰ ਕਿੰਨੀ ਹੈ? 29 ਸਾਲ। ਸਾਧ ਸੰਗਤ, ਜਿਹੜੇ ਬਾਗ ਵਿੱਚ ਗੁਰੂ ਪਾਤਸ਼ਾਹ ਬੈਠੇ ਸਿੱਖਾਂ ਨਾਲ, ਉਹ ਸ਼ਾਲੀਮਾਰ ਬਾਗ ਹੈ। ਇੱਥੋਂ ਥੋੜੀ ਦੂਰ ਹਿੰਦੁਸਤਾਨ ਦਾ ਮੌਜੂਦਾ ਬਾਦਸ਼ਾਹ ਜਹਾਂਗੀਰ ਬੈਠਾ ਹੈ ਤੇ ਜਹਾਂਗੀਰ ਦੇ ਨਾਲ ਉਹਦੀ ਬੇਗਮ ਨੂਰ ਜਹਾਂ ਹੈ। ਨੂਰ ਜਹਾਂ ਕੌਣ ਹੈ? ਇਹਦੇ ਪਤੀ ਦਾ ਨਾਮ ਸੀ ਸ਼ੇਰ ਅਫਗਾਨ ਖਾਨ। ਸ਼ੇਰ ਅਫਗਾਨ ਖਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮਾਫ ਕਰਨਾ, ਜਹਾਂਗੀਰ ਬਾਦਸ਼ਾਹ ਦਾ ਦੋਸਤ ਸੀ। ਹੁਣ ਸ਼ੇਰ ਅਫਗਾਨ ਖਾਨ ਭਾਵ ਕਿ ਨੂਰ ਜਹਾਂ ਦਾ ਘਰ ਵਾਲਾ, ਉਹਦਾ ਪਤੀ, ਤੇ ਉਹਦਾ ਪਿਆਰ ਸੀ ਜਹਾਂਗੀਰ ਬਾਦਸ਼ਾਹ ਦੇ ਨਾਲ। ਤੇ ਇੱਕ ਦਿਨ ਆਪਣੀ ਸੁੰਦਰ ਬੇਗਮ ਨੂਰ ਜਹਾਂ ਨੂੰ ਲੈ ਕੇ ਉਹ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਿਆ। ਜਹਾਂਗੀਰ ਦਾ ਮਨ ਬੇਈਮਾਨ ਹੋ ਗਿਆ ਤੇ ਉਹਨੇ ਉਸ ਔਰਤ ਦੀ ਸੁੰਦਰਤਾ ਵੱਲ ਵੇਖ ਕੇ, ਇਤਿਹਾਸ ਪੜ੍ਹ ਕੇ ਵੇਖੋ, ਆਪਣੇ ਭਰਾਵਾਂ ਤੋਂ ਵੱਧ ਸਕੇ ਦੋਸਤ ਦਾ ਕਤਲ ਕਰਾ ਦਿੱਤਾ ਤੇ ਉਹਦੀ ਬੇਗਮ ਨੂੰ ਜ਼ਬਰਦਸਤੀ ਆਪਣੇ ਹਰਮੀ ਪਾ ਲਿਆ। ਹੁਣ ਨੂਰ ਜਹਾਂ ਬੇਗਮ, ਇਹ ਬੇਗਮ ਬਣ ਜਾਂਦੀ ਹੈ ਕਿਉਂਕਿ ਇਹਦੇ ਘਰ ਵਾਲੇ ਨੂੰ ਜਹਾਂਗੀਰ ਮਰਵਾ ਦਿੰਦਾ ਹੈ, ਔਰ ਇਹ ਬੇਗਮ ਦੇ ਉੱਤੇ ਸੁਹੱਪਣ ਬਹੁਤ ਜ਼ਿਆਦਾ ਹੈ। ਉਹਦੀ ਵੀ ਚੜ੍ਹਦੀ ਜਵਾਨੀ, ਕਿਆ ਕਮਾਲ ਦਾ ਉਹਨੇ ਆਪਣੇ ਉੱਪਰ ਪੋਸ਼ਾਕ ਧਾਰਨ ਕੀਤੀ, ਉਹਦਾ ਵੀ ਜੋਬਨ ਡੁਲਕਾ ਮਾਰਦਾ ਹੈ। ਤੇ ਸੱਚ ਜਾਣਿਓ, ਉਮਰ ਬਰਾਬਰ, ਮਹਾਰਾਜ ਦੀ ਉਮਰ 29 ਸਾਲ ਤੇ ਨੂਰ ਜਹਾਂ ਦੀ ਉਦੋਂ ਉਮਰ 26 ਸਾਲ ਸੀ। ਇਤਿਹਾਸ ਕਹਿੰਦਾ ਨੂਰ ਜਹਾਂ ਜਹਾਂਗੀਰ ਬਾਦਸ਼ਾਹ ਦੇ ਕੋਲ ਬੈਠੀ ਤੇ ਉਹਨੇ ਵੇਖਿਆ ਵੀ ਉਹ ਸਾਹਮਣੇ ਸੋਹਣੀ ਸੂਰਤ ਦੇ ਮਾਲਕ ਕੋਈ ਗੁਰੂ ਬੈਠਾ, ਕੋਈ ਪੀਰ ਬੈਠਾ ਹੈ। ਉਹਨੇ ਆ ਕੇ ਵੇਖਿਆ, ਲੋਕ ਨਜ਼ਰਾਨੇ ਤਾਂ ਲਿਆਉਂਦੇ ਨੇ ਪਰ ਨਜ਼ਰਾਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਨਹੀਂ ਦਿੰਦੇ, ਉਹ ਤੇ ਉਸ ਸੋਹਣੀ ਸੂਰਤ ਵਾਲੇ ਮਾਲਕ ਦੇ ਚਰਨਾਂ ਤੇ ਰੱਖ ਕੇ ਨਮਸਕਾਰਾਂ ਕਰ ਰਹੇ ਨੇ। ਨੂਰ ਜਹਾਂ ਨੇ ਆਪਣੇ ਪਤੀ ਨੂੰ ਪੁੱਛਿਆ, ਕਹਿੰਦੀ ਆਪਣੇ ਪਤੀ ਨੂੰ ਕਹਿਣ ਲੱਗੀ ਜਹਾਂਗੀਰ ਨੂੰ, ਕਹਿੰਦੀ ਤੂੰ ਇਸ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਮੈਂ ਦੇਖ ਰਹੀ ਹਾਂ ਵੀ ਤੇਰੇ ਕੋਲ ਲੋਕ ਘੱਟ ਤੇ ਉਧਰ ਉਹ ਸੋਹਣੀ ਸੂਰਤ ਵਾਲੇ ਗੁਰੂ ਪੀਰ ਦੇ ਕੋਲ ਲੋਕ ਜ਼ਿਆਦਾ ਆਉਂਦੇ ਪਏ ਨੇ। ਉਹ ਜਾਣਦਾ ਸੀ ਜਹਾਂਗੀਰ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਸੀ। ਉਹ ਕਹਿਣ ਲੱਗਾ, ਬੇਗਮ ਮੈਂ ਕੇਵਲ ਤੇ ਕੇਵਲ ਇਸ ਧਰਤੀ ਦਾ, ਹਿੰਦੁਸਤਾਨ ਦਾ ਬਾਦਸ਼ਾਹ ਵਾਂ, ਪਰ ਜਿਹਦੀ ਤੂੰ ਗੱਲ ਕਰਦੀ ਪਈ ਐ ਇਹਦੇ ਬਾਰੇ ਸਿੱਖ ਕਹਿੰਦੇ ਇਹ ਤੇ ਲੋਕ ਤੇ ਪਰਲੋਕ ਦਾ ਬਾਦਸ਼ਾਹ ਹੈ। ਇਹ ਤੇ ਲੋਕਾਂ ਨੂੰ ਪਰਲੋਕ ਦੇ ਵਿੱਚ ਵੀ ਸਹਾਰਾ ਦਿੰਦਾ ਹੈ। ਮੈਂ ਤੇ ਕੇਵਲ ਹਿੰਦੁਸਤਾਨ ਦਾ ਬਾਦਸ਼ਾਹ ਵਾਂ, ਇਹਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ। ਏਡੀ ਚੜ੍ਹਦੀ ਕਲਾ ਵਾਲਾ ਸਰੀਰ ਨੂਰ ਜਹਾਂ ਬੇਗਮ ਨੇ ਸੋਹਣੀ ਪੋਸ਼ਾਕ ਧਾਰਨ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਪ੍ਰਭਾਵ ਪਾਉਣ ਵਾਸਤੇ ਉਹਦੇ ਸਾਹਮਣੇ ਆ ਕੇ ਖੜੀ ਹੋਈ। ਤੁਸੀਂ ਜੀ ਇੱਕ ਗ੍ਰੰਥ ਪੜ੍ਹੋ, ਗੁਰਪ੍ਰਤਾਪ ਸੂਰਜ ਗ੍ਰੰਥ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ, ਘਟੀਆ ਕਿਸਮ ਦੇ ਲੋਕ ਇਹਦੇ ਵਿਰੁੱਧ ਵੀ ਇੰਟਰਨੈਟ ਤੇ ਬੋਲਦੇ ਨੇ। ਜੇ ਤੁਹਾਡੇ ਕੋਲ ਇਦਾਂ ਦੇ ਗ੍ਰੰਥ ਨਹੀਂ ਹੋਣਗੇ ਪੁਰਾਣੇ ਤੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਕਦੇ ਇਤਿਹਾਸ ਨਹੀਂ ਸੁਣਾ ਸਕੋਗੇ। ਠੀਕ ਹੈ, ਸਾਡੇ ਵਿਰੋਧੀਆਂ ਨੇ ਯਤਨ ਕੀਤਾ ਕਿ ਇਤਿਹਾਸ ਕੋਈ ਇਹਦੇ 'ਚ ਮਿਲਾਵਟ ਕਰ ਦਿੱਤੀ ਜਾਵੇ,
ਪਰ ਮੈਂ ਕਹਿੰਦਾ ਤੁਸੀਂ ਸਾਰਿਆਂ ਨੂੰ ਪਾਸੇ ਰੱਖ ਲਿਓ, ਤੁਹਾਡੇ ਪੱਲੇ ਬਚਦਾ ਹੀ ਕੱਖ ਨਹੀਂ। ਇਤਿਹਾਸ ਕਿੱਥੋਂ ਸੁਣਾਇਆ ਕਰੋਗੇ? ਮੈਨੂੰ ਯਾਦ ਹੈ ਸਾਡੇ ਬਜ਼ੁਰਗ ਕੋਰੇ ਅਨਪੜ੍ਹ ਸਨ, ਸੰਤਾਂ ਮਹਾਂਪੁਰਖਾਂ ਦੇ ਦੀਵਾਨ ਲੱਗਣੇ, ਉਹਨਾਂ ਨੇ ਸੂਰਜ ਪ੍ਰਤਾਪ ਗ੍ਰੰਥ ਦੀ ਕਥਾ ਕਰਨੀ ਤੇ ਸੁਣ ਸੁਣ ਕੇ ਬਜ਼ੁਰਗਾਂ ਨੂੰ ਇੰਨਾ ਇਤਿਹਾਸ ਯਾਦ ਹੋ ਜਾਂਦਾ ਸੀ। ਉਹ ਕੱਲੀ ਕੱਲੀ ਸਾਖੀ ਦਾ ਰਟਨ ਕਰਕੇ ਦੱਸਦੇ ਸਨ ਕਿ ਇਸ ਸਮੇਂ ਤੇ ਗੁਰੂ ਪਾਤਸ਼ਾਹ ਨੇ ਇਸ ਧਰਤੀ ਨੂੰ ਭਾਗ ਲਾਏ। ਖੈਰ ਮੈਂ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ ਔਰ ਇਧਰੋਂ ਨੂਰ ਜਾਂ ਬੇਗਮ 26 ਸਾਲ ਦੀ ਉਮਰ ਹੈ। ਮਹਾਰਾਜ ਦੀ ਉਮਰ ਉਦੋਂ 1624 ਚ ਤਕਰੀਬਨ 29 ਕੁ ਸਾਲ ਬਣਦੀ ਹੈ ਔਰ ਚਿਹਰੇ ਦੇ ਉੱਤੇ ਨੂਰਾਨੀ ਜਲਵਾ ਪਾਤਸ਼ਾਹ ਦੇ। ਇਧਰ ਨੂਰ ਜਾਂ ਬੇਗਮ ਇਹਨੇ ਆਪਣੇ ਸਰੀਰ ਉੱਪਰ ਬਹੁਤ ਮਹਿੰਗੀ ਪੋਸ਼ਾਕ ਧਾਰਨ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਇਹਨੇ ਪ੍ਰਭਾਵ ਪਾਉਣ ਦਾ ਯਤਨ ਕੀਤਾ। ਹੁਣ ਕਵੀ ਸੰਤੋਖ ਸਿੰਘ ਉੱਥੇ ਬੜਾ ਪਿਆਰਾ ਲਿਖਦੇ ਆ, ਕਹਿੰਦੇ ਮਹਾਰਾਜ ਨੇ ਵੇਖਿਆ ਵੀ ਇਹ ਗਲਤ ਨਿਗਾਹ ਦੇ ਨਾਲ ਤੱਕਦੀ ਪਈ ਹੈ। ਮਹਾਰਾਜ ਨੇ ਉਸ ਭੈਣ ਦੇ ਗਲ 'ਚ ਪਏ ਪੱਲੂ ਨੂੰ ਸਿਰ ਤੇ ਰੱਖ ਕੇ ਤੇ ਇੱਕ ਬਚਨ ਕਿਹਾ, ਜਿਹਦੇ ਬਾਰੇ ਕਵੀ ਜੀ ਲਿਖਦੇ, ਐਸੋ ਸਾਚ ਸ਼ਿੰਗਾਰ ਕਰ ਪੁੱਤਰੀ ਪ੍ਰਭ ਕੋ ਲੱਗੇ ਪਿਆਰੋ। ਮਹਾਰਾਜ ਕਹਿੰਦੇ ਮੇਰੀਏ ਧੀਏ, ਮੇਰੀਏ ਬੱਚੀਏ, ਸ਼ਿੰਗਾਰ ਤੂੰ ਰੱਜ ਕੇ ਕੀਤਾ ਹੈ, ਪਰ ਇੱਕ ਗੱਲ ਯਾਦ ਰੱਖੀ, ਜੇ ਗੁਣਾਂ ਦਾ ਸ਼ਿੰਗਾਰ ਹੋਵੇ ਤੇ ਬੰਦੇ ਨੂੰ ਕਦੇ ਸਮਾਜ ਦੇ ਵਿੱਚ ਰਸਾਤਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਹੁਣ ਗੁਰੂ ਨੇ ਉੱਥੇ ਉਹਦੇ ਗੁਣਾਂ ਦੀ ਗੱਲ ਕੀਤੀ ਕਿ ਬੰਦੇ ਨੂੰ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਉਣੇ ਚਾਹੀਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਚਾਹੀਦਾ ਹੈ। ਉਹ ਵੇਖਿਓ ਕਿਹੜੀ ਨਿਗਾਹ ਨਾ ਆਈ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਉਹਨੂੰ ਆਪਣਾ ਧੀ ਬਣਾ ਲਿਆ ਔਰ ਧੀ ਬਣਾ ਕੇ ਕਿਹਾ, ਐਸੋ ਸਾਜ ਸ਼ਿੰਗਾਰ ਕਰ ਪੁੱਤਰੀ ਪ੍ਰਭ ਕੋ ਲੱਗੇ ਪਿਆਰੋ। ਫਿਰ ਢਾਡੀ ਗਾਉਣਗੇ ਕਿਉਂ ਨਾ, ਢਾਡੀ ਲਿਖਣਗੇ ਕਿਉਂ ਨਾ ਕਿ ਜਿਨ੍ਹਾਂ ਰੱਜ ਕੇ ਕਿਹਾ, ਦੋ ਤਲਵਾਰੀ ਬੱਤੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਸਾਰਾ ਕੁਝ ਲਿਖ ਗਏ, ਪੱਗ ਤੇਰੀ ਕੀ ਜਹਾਂਗੀਰ ਦੀ। ਇਹਨਾਂ ਗੱਲਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ, ਤੇਰੀ ਪੱਗ ਦਾ ਸੰਸਾਰ ਤੇ ਮੁਕਾਬਲਾ ਕੋਈ ਨਹੀਂ ਕਰ ਸਕਦਾ। ਉਹਦਾ ਕਾਰਨ ਇਹ ਹੈ ਮੇਰੇ ਪਾਤਸ਼ਾਹ, ਤੇਰਾ ਦਾਮਨ ਉੱਚਾ ਸੁੱਚਾ, ਤੇਰਾ ਆਚਰਣ ਉੱਚਾ ਸੁੱਚਾ ਤੇ ਤੇਰੇ ਤੇ ਤੂੰ ਇਹੋ ਜੀ ਕਿਰਪਾ ਦ੍ਰਿਸ਼ਟੀ ਆਪਣੇ ਸਿੱਖਾਂ ਤੇ ਕਰਦਾ ਹੈ, ਜਿਹਦੇ ਤੇ ਕਿਰਪਾ ਕਰਦਾ ਵੇ ਉਹ ਇੱਕ ਮੰਗਣ ਆਵੇ ਉਹਦੀ ਝੋਲੀ 'ਚ 7-7 ਪਾ ਕੇ ਤੋਰਦਾ ਹੈ। ਸਾਧ ਸੰਗਤ, ਇਹਨਾਂ ਸਾਖੀਆਂ ਨੂੰ ਮੰਨਣਾ ਪੈਣਾ ਹੈ। ਉਹਦਾ ਇੱਕ ਕਾਰਨ ਹੈ, ਇਹ ਸਾਡਾ ਭਰੋਸੇ ਤੇ ਟਿਕੀਆਂ ਨੇ, ਸਾਡੀ ਸ਼ਰਧਾ ਤੇ ਟਿਕੀਆਂ ਨੇ। ਜਿੱਦਾਂ ਦਾ ਇੰਟਰਨੈਟ ਤੇ ਹੁਣ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਹੈ, ਮੈਂ ਗੁਰੂ ਦੀ ਝੂਰੀ ਵਿੱਚ ਕਹਿ ਰਿਹਾ, ਜੇ ਇਹਦੇ ਤੋਂ ਆਪਾਂ ਨਾ ਬਚੇ, ਆਉਣ ਵਾਲੇ ਸਮੇਂ 'ਚ ਤੁਹਾਡੇ ਨੌਜਵਾਨ ਬੱਚੇ ਗੁਰੂ ਕੇ ਲੰਗਰਾਂ 'ਚ ਸੇਵਾ ਤੋਂ ਮੁੱਖ ਮੋੜ ਜਾਣਗੇ। ਉਹਨਾਂ ਕਿਆ ਕਰਨਾ ਜੀ, ਆ ਝੂਠੇ ਬਰਤਨ ਮਾਂਜਣ ਦਾ ਕੀ ਫਾਇਦਾ ਹੈ, ਅੱਜ ਲੋਕਾਂ ਦੇ ਜੋੜੇ ਝਾੜਨ ਦਾ ਕੀ ਫਾਇਦਾ ਹੈ। ਤਰਕ ਬੁੱਧੀ ਨਾਲ ਕੋਈ ਆਵੇਗਾ ਤੇ ਉਹ ਸਵਾਲ ਕਰੇਗਾ ਫਾਇਦਾ ਕੀ ਹੈ, ਪਰ ਜਿੱਦਨ ਸ਼ਰਧਾ ਨਾਲ ਆਵੇਗਾ ਉਹ ਇਤਿਹਾਸ ਨੂੰ ਪੜ੍ਹੇਗਾ ਵੀ ਜਿੱਦਨ ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਾਤਾ ਸਤਿਕਾਰਯੋਗ ਮਾਤਾ ਗੰਗਾ ਜੀ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਸਾਧ ਸੰਗਤ, ਇਹ ਬੜਾ ਸਹਿਜ ਤੇ ਸਬਰ ਸੰਤੋਖ ਵਾਲਾ ਮਹਾਰਾਜ ਦੇ ਪਿਤਾ ਤੇ ਮਾਂ ਦਾ ਜੀਵਨ ਹੈ। 21 ਸਾਲ ਬਾਅਦ ਵਿਆਹ ਤੋਂ 6ਵੇਂ ਪਾਤਸ਼ਾਹ ਇਕਲੌਤੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ 'ਚ ਪੈਦਾ ਹੁੰਦੇ ਨੇ ਜੀ। 21 ਸਾਲ ਸਬਰ ਰੱਖਣਾ ਭੈਣੋ, ਇਹ ਬੜੀ ਵੱਡੀ ਗੱਲ ਹੈ, ਬੜੀ ਵੱਡੀ। ਅੱਜ ਤੇ ਵਿਆਹ ਨੂੰ 2 ਸਾਲ ਹੋ ਜਾਣ ਨਾ ਤੇ ਮਾਫ ਕਰਨਾ, ਲੋਕ ਡੇਰਿਆਂ ਦੇ ਚੱਕਰ ਕੱਟਦੇ ਨੇ, ਇੱਧਰ ਉੱਧਰ ਭਟਕਣਾ ਸ਼ੁਰੂ ਕਰਦੇ ਵੀ ਸਾਨੂੰ ਪੁੱਤਰ ਮਿਲ ਜਾਵੇ, ਘਰ 'ਚ ਔਲਾਦ ਹੋ ਜਾਵੇ। ਓਏ ਆਪਣਾ ਇਤਿਹਾਸ ਪੜ੍ਹ ਕੇ ਵੇਖੋ, ਕਈ ਸਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਸਬਰ ਕੀਤਾ, ਕਈ ਸਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਬਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਦੋਸ਼ ਨਹੀਂ ਦਿੱਤਾ, ਕਾਲ ਪੁਰਖ ਨੂੰ ਕੋਈ ਦੋਸ਼ ਨਹੀਂ ਦਿੱਤਾ। ਐਡਾ ਵੱਡਾ ਜੀਵਨ। ਤੇ ਜਦੋਂ ਮੈਂ ਉਹਨਾਂ ਦੀ ਮਾਂ ਦੀ ਅਕਸਰ ਗੱਲ ਕਰਦਾ ਨਾ, ਯਾਦ ਰੱਖਣਾ ਖਾਲਸਾ ਜੀ, ਆਮ ਕਰਕੇ ਕਿਹਾ ਜਾਂਦਾ ਭੈਣੋ ਔਰਤ ਦਾ ਦਿਲ ਬੜਾ ਛੋਟਾ ਹੁੰਦਾ ਹੈ, ਬੜਾ ਕੋਮਲ ਦਿਲ ਹੈ ਜੀ। ਘਰ 'ਚ ਕੋਈ ਮੁਸ਼ਕਲ ਪੈ ਜੇ ਤੇ ਛੇਤੀ ਘਬਰਾ ਜਾਂਦੀਆਂ ਨੇ, ਪਰ ਮੈਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ, ਤੇਰੀ ਮਾਂ ਕਿੰਨੀ ਧਨ, ਤੇਰਾ ਪਿਤਾ ਕਿੰਨਾ ਧਨ। ਪਿਤਾ ਨੇ ਤੇ ਤੱਤੀ ਤਵੀ ਤੇ ਬਹਿ ਕੇ ਸ਼ਹੀਦ ਆਪਣਾ ਆਪ ਕਰਵਾਇਆ, ਪਰ ਸੱਚ ਜਾਣਿਓ, ਜਿੱਦਣ ਪਿਤਾ ਸ਼ਹੀਦ ਹੋ ਗਿਆ ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ 2 ਤਲਵਾਰਾਂ ਧਾਰਨ ਕਰਾਈਆਂ ਹੋਣਗੀਆਂ, ਉਹ ਜਿੱਦਣ 6ਵੇਂ ਪਾਤਸ਼ਾਹ ਕਾਲ ਤਖਤ ਬਣਾ ਰਹੇ ਹੋਣਗੇ, ਜਿੱਦਣ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਇਹ ਕਹਿੰਦੇ ਹੋਣਗੇ, ਸਿੱਖੋ ਅੱਜ ਸਾਨੂੰ ਪੈਸੇ ਦੀ ਨਹੀਂ, ਅੱਜ ਸਾਨੂੰ ਮਾਰਸ਼ਲ ਹਥਿਆਰਾਂ ਦੀ ਲੋੜ ਹੈ, ਉਸ ਦਿਨ ਮਾਂ ਗੰਗਾ ਕੋਲ ਖੜੀ ਹੈ। ਇੱਕ ਵਾਰ ਆਪਣੀ ਜ਼ੁਬਾਨ ਤੋਂ ਨਹੀਂ ਕਿਹਾ, ਪੁੱਤਰ ਹਰਗੋਬਿੰਦ, ਜਿਹੜੇ ਰਸਤੇ ਤੇ ਤੁਰ ਕੇ ਮੇਰੇ ਸਿਰ ਦਾ ਸਾਈਂ ਤੇਰਾ ਪਿਤਾ ਗੁਰੂ ਅਰਜਨ ਦੇਵ ਸ਼ਹੀਦ ਹੋ ਗਿਆ, ਮੈਂ ਨਹੀਂ ਚਾਹੁੰਦੀ ਮੇਰੇ ਵਿਆਹ ਤੋਂ 21 ਸਾਲ ਬਾਅਦ ਮੇਰੇ ਘਰ 'ਚ ਇਕਲੌਤਾ ਪੁੱਤਰ ਪੈਦਾ ਹੋਇਆ ਹੈ
ਇਸੇ ਰਸਤੇ ਤੇ ਤੁਰ ਕੇ ਮੇਰਾ ਪੁੱਤ ਵੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਵੇ ਨਾ। ਇਤਿਹਾਸ ਪੜ੍ਹ ਕੇ ਵੇਖੋ, ਮੋਢੇ ਨਾਲ ਮੋਢਾ ਜੋੜ ਕੇ ਮਾਂ ਗੰਗਾ ਨੇ ਪਲ ਪਲ ਸਹਾਰਾ ਦਿੱਤਾ ਤੇ ਬਚਨ ਕਿਹਾ, ਪੁੱਤਰਾ ਸੰਸਾਰ ਤੇ ਜਿਉਣਾ ਤੇ ਅਣਖ ਨਾਲ ਜਿਉਣਾ ਚਾਹੀਦਾ। ਹੁਣ ਬਾਣੀ ਕਹਿੰਦੀ ਹੈ, ਮਹਾਰਾਜ ਦੇ ਬਹੁਤ ਪਿਆਰੇ ਬੋਲ ਨੇ ਜੀ। ਹਜੂਰ ਕਹਿੰਦੇ, ਜੇ ਜੀਵੈ ਪਤ ਲੱਥੀ ਜਾਏ, ਜੇ ਜਿਉਂਦਿਆਂ ਜੀ ਬੰਦੇ ਦੀ ਕੋਈ ਇੱਜ਼ਤ ਨੂੰ ਹੱਥ ਪਾਵੇ, ਸਭ ਹਰਾਮ ਜੇ ਤਾ ਕਿਛ ਖਾਏ। ਮਹਾਰਾਜ ਕਹਿੰਦੇ ਉਹਦਾ ਖਾਣਾ ਪੀਣਾ ਹਰਾਮ ਹੈ। ਤੇ ਅੱਗੇ ਮਹਾਰਾਜ ਨੇ ਬਚਨ ਕੀਤਾ ਜੀ, ਸਾਹਿਬ ਜੀ ਕਹਿੰਦੇ ਇਹ ਸੰਸਾਰ ਦੇ ਉੱਤੇ ਇਦਾਂ ਵਿਚਰਨਾ ਚਾਹੀਦਾ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਸਿੱਖੀ ਹੈ ਸਮਰਪਿਤ ਹੋਣਾ, ਨਾ ਕਿਸੇ ਨੂੰ ਦੁੱਖ ਦੇਣਾ ਤੇ ਨਾ ਕਿਸੇ ਦਾ ਰੋਬ ਝੱਲਣਾ। ਅੱਜ ਸਿੱਖ ਮਾਨ ਨਾਲ ਸਿਰ ਉੱਚਾ ਕਰਕੇ ਹਿੰਦੁਸਤਾਨ 'ਚ ਜਿਉਂਦੇ ਨੇ, ਇੱਥੋਂ ਬਾਹਰ ਵੀ ਜਿਉਂਦੇ ਨੇ। ਪਰ ਇੱਕ ਗੱਲ ਯਾਦ ਰੱਖਣਾ ਖਾਲਸਾ ਜੀ, ਇਹ ਬਖਸ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਨੇ, ਜਿਨ੍ਹਾਂ ਨੇ ਇੱਕ ਮੀਰ ਦੇ ਨਾਲ ਸਾਧ ਸੰਗਤ ਪੀਰ ਦੇ ਨਾਲ ਮੀਰ ਸ਼ਬਦ ਜੋੜ ਕੇ, ਇਹ ਦੋਵੇਂ ਹੀ ਸ਼ਬਦ ਅਰਬੀ ਤੇ ਫਾਰਸੀ ਭਾਸ਼ਾ ਦਾ ਸੁਮੇਲ ਨੇ, ਅਰਬੀ ਤੇ ਫਾਰਸੀ। ਕਿਉਂਕਿ ਮੀਰ ਦਾ ਅਰਥ ਹੁੰਦਾ ਹੈ ਬਾਦਸ਼ਾਹਤ। ਬਾਣੀ 'ਚ ਵੀ ਲਿਖਿਆ ਹੈ, ਮੀਰ ਸੁਣਿਆ ਧਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਆ ਕੇ ਪੈ ਗਿਆ ਹਿੰਦੁਸਤਾਨ ਤੇ ਟੁੱਟ ਕੇ। ਬਾਦਸ਼ਾਹਤ ਦਾ ਭਾਵ ਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਰੋਬ ਦੇ ਨਾਲ ਤੇ ਬਾਦਸ਼ਾਹਤ ਵਾਂਗ ਜਿਉਣਾ ਸਿਖਾਇਆ। ਫਿਰ ਪੀਰ ਦਾ ਅਰਥ ਹੈ ਬੰਦਗੀ, ਪੀਰੀ ਦਾ ਅਰਥ ਹੈ ਇਬਾਦਤ, ਪੀਰੀ ਦਾ ਅਰਥ ਹੈ ਭਗਤੀ। ਗੁਰੂ ਹਰਗੋਬਿੰਦ ਸਾਹਿਬ ਨੇ 2 ਤਲਵਾਰਾਂ ਧਾਰਨ ਕਰਾਈਆਂ। ਹੁਣ ਗੱਲ ਫਿਰ ਉੱਥੇ ਆਉਂਦੀ ਹੈ, ਅੱਜ ਦਾ ਪ੍ਰਚਾਰ ਕਹਿੰਦਾ ਹੈ ਕਿ ਸਿੱਖ ਸ਼ਸਤਰਾਂ ਨੂੰ ਮੱਥਾ ਟੇਕਦਾ ਹੈ। ਅੱਜ ਦਾ ਪ੍ਰਚਾਰ ਕਹਿੰਦਾ ਹੈ ਕਿ ਵੇਖੋ ਜੀ ਇਹ ਸ਼ਸਤਰਾਂ ਦੀ ਗੱਲ ਕਿਉਂ ਹੁੰਦੀ ਹੈ। ਪਰ ਮੈਂ ਬੇਨਤੀ ਕਰਾਂਗਾ ਭਾਗਾ ਵਾਲਿਓ, ਹਰਮੰਦਰ ਸਾਹਿਬ ਤੋਂ ਵੱਡਾ ਸਾਡਾ ਕੋਈ ਅਸਥਾਨ ਨਹੀਂ। ਤੁਸੀਂ ਹਰਮੰਦਰ ਸਾਹਿਬ ਜਾਓ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਧਰਤੀ ਤੇ ਇੱਕ ਸਿਰੀ ਸਾਹਿਬ ਪਈ ਹੋਈ ਹੈ, ਕਿਰਪਾਨ ਪਈ ਹੈ ਜੀ, ਤੇ ਪ੍ਰਕਾਸ਼ ਦੀ ਰੁਟੀਨ ਹੈ। ਜਦੋਂ ਪ੍ਰਕਾਸ਼ ਹੋ ਗਿਆ, ਉਹ ਸ਼ਸਤਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਧਰਤੀ ਤੇ ਰੱਖਿਆ ਹੀ ਜਾਣਾ ਹੈ। ਹੁਣ ਜੇ ਕੋਈ ਬੰਦਾ ਸਵਾਲ ਕਰੇ ਸਿੱਖ ਸ਼ਸਤਰਾਂ ਨੂੰ ਮੱਥਾ ਟੇਕਦਾ ਹੈ, ਤੇ ਗੁਰੂ ਗੋਬਿੰਦ ਸਿੰਘ ਨੇ ਐਵੇਂ ਨਹੀਂ ਲਿਖਿਆ। ਉਹ ਕਹਿੰਦੇ ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰੇ ਅਰ ਤੀਰ, ਸੈਫ ਸਰੋਹੀ ਸਹਿਥੀ ਜਹੀਂ ਹਮਾਰੇ ਪੀਰ। ਉਹਨਾਂ ਪੀਰ ਕਿਹਾ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਬਾਰੇ ਲਿਖਿਆ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਹਰਮੰਦਰ ਸਾਹਿਬ 'ਚ ਪਈ ਕਿਰਪਾਨ ਇਹ ਸਿੱਖਿਆ ਦਿੰਦੀ ਹੈ। ਕੀ ਕਹਿੰਦੀ ਹੈ ਕਿ ਸਿੱਖਾ ਸ਼ਾਸਤਰ ਉੱਪਰ ਤੇ ਸ਼ਸਤਰ ਥੱਲੇ ਹੁੰਦਾ ਹੈ, ਤੇ ਜਦੋਂ ਸ਼ਸਤਰ ਸ਼ਾਸਤਰ ਦੇ ਅਧੀਨ ਹੋ ਕੇ ਚੱਲੇਗਾ, ਉਹ ਬਾਬਰ ਦੀ ਕਿਰਪਾਨ ਨਹੀਂ ਬਣੇਗਾ, ਉਹ ਹਮਾਯੂੰ ਦੀ ਕਿਰਪਾਨ ਨਹੀਂ ਬਣੇਗਾ। ਭਾਗਾਂ ਵਾਲਿਓ, ਉਹ ਜਹਾਂਗੀਰ ਬਾਦਸ਼ਾਹ ਦੀ ਕਿਰਪਾਨ ਨਹੀਂ ਬਣੇਗਾ। ਤੇ ਜਿਸ ਦਿਨ ਇਹ ਸ਼ਸਤਰ ਸ਼ਾਸਤਰ ਪੜਨ ਵਾਲਿਆਂ ਦੇ ਕੋਲ ਆਵੇਗਾ, ਉਸ ਦਿਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਦੀ ਕਿਰਪਾਨ ਬਣ ਕੇ ਸੇਵਾ ਕਰੇਗਾ। ਮਹਾਰਾਜ ਨੇ ਕੀਤੀ ਸੇਵਾ। ਉਹ ਵੇਖੋ ਜੀ, ਪੈਂਦੇ ਖਾਂ ਔਰ ਦੁਸ਼ਮਣ ਬਣ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ, ਭਾਵੇਂ ਕਿ ਪਹਿਲਾਂ ਗੁਰੂ ਨੇ ਇਹਦੇ ਨਾਲ ਬਹੁਤ ਪਰਉਪਕਾਰ ਇਹਦੇ ਤੇ ਕੀਤੇ। ਪਰ ਵੇਖਿਓ, ਜੇਕਰ ਅੰਤਮ ਸਮੇਂ ਮਨ ਵਿੱਚ ਤਰਸ ਆ ਗਿਆ, ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਮਹਾਰਾਜ ਬਖਸ਼ ਲਈ। ਹੁੰਦਾ ਕੋਈ ਦੁਨਿਆਵੀ ਬਾਦਸ਼ਾਹ ਜਿਹਦੇ ਕੋਲ ਸ਼ਾਸਤਰ ਨਾ ਹੁੰਦਾ, ਕੱਲਾ ਸ਼ਸਤਰ ਹੁੰਦਾ, ਤੇ ਉਹ ਇੱਕ ਗੱਲ ਕਹਿੰਦਾ, ਇਹਨੇ ਤੇ ਸਾਨੂੰ ਭੜਥੂ ਪਾਈ ਰੱਖਿਆ, ਇਹਨੇ ਸਾਡੇ ਸਿੱਖਾਂ ਦੇ ਪੈਰਾਂ ਥੱਲੇ ਅੱਗ ਮਚਾਉਣ ਦਾ ਯਤਨ ਕੀਤਾ। ਪਰ ਵੇਖੋ, ਅੱਜ ਸ਼ਾਸਤਰ ਪੜਨ ਵਾਲੇ ਦੇ ਹੱਥ ਵਿੱਚ ਸ਼ਸਤਰ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਗੋਦ ਵਿੱਚ ਪੈਂਦੇ ਖਾਂ ਦਾ ਸਿਰ ਹੈ। ਮਹਾਰਾਜ ਨੇ ਢਾਲ ਨਾ ਛਾਂ ਕਰਕੇ ਕਿਹਾ, ਪੈਂਦੇ ਖਾਂ ਜਾ ਤੂੰ ਵੀ ਬਖਸ਼ਿਆ ਗਿਆ। ਇਹੋ ਜਿਹਾ ਗੁਰੂ ਲੱਭੇਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਔਰ ਇਹ ਕਿਰਪਾਨ ਕਿਉਂ ਰੱਖੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਸ਼ਸਤਰ ਥੱਲੇ ਕਿਉਂ ਰੱਖੇ ਜਾਂਦੇ ਨੇ? ਇਹਦਾ ਕਾਰਨ ਇਹ ਹੈ ਕਿ ਸਿੱਖਾ ਤੇਰੇ ਹੱਥ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ, ਤੇਰੇ ਹੱਥ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਸ਼ਸਤਰ ਫੜਾਏ ਨੇ, ਤੇ ਵੇਖੀ ਇਹਨਾਂ ਦਾ ਕਿਤੇ ਨਜਾਇਜ਼ ਦੁਰਵਰਤੋਂ ਨਾ ਕਰੀ। ਮੈਂ ਬੇਨਤੀ ਕਰਾਂ, ਜਿੱਦਣ ਇਹਦੀ ਨਜਾਇਜ਼ ਦੁਰਵਰਤੋਂ ਹੋਈ, ਉਸ ਦਿਨ ਕੌਮ ਦੇ ਪੱਲੇ ਕੱਖ ਨਹੀਂ ਰਵੇਗਾ। ਅਸੀਂ 1984 ਦੇ ਦਿਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ। ਇਹ ਸ਼ਸਤਰ ਉੱਠਣੇ ਸਨ ਵਿਰੋਧੀਆਂ ਵੱਲ, ਇਹ ਉੱਠਣੇ ਸਨ ਜਿਨ੍ਹਾਂ ਨੇ ਸਾਡੀਆਂ ਇੱਜ਼ਤਾਂ ਨੂੰ ਹੱਥ ਪਾਇਆ। ਪਰ ਜਿੱਦਣ ਸਿੱਖ ਆਪਸ ਵਿੱਚ ਸ਼ਸਤਰ ਚਲਾਉਣ ਲੱਗੇ, ਸਾਡਾ ਤੇਜ ਪ੍ਰਤਾਪ ਘਟ ਗਿਆ। ਗੁਰੂ ਨੇ ਕਿਹਾ, ਜਾਂ ਸ਼ਾਸਤਰ ਤੋਂ ਬਿਨਾ ਕੱਲਾ ਸ਼ਸਤਰ ਕਿਸੇ ਕੰਮ ਦਾ ਨਹੀਂ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਜਥੇਬੰਦੀਆਂ ਬਹੁਤ ਨੇ ਪੰਥ ਦੇ ਅੰਦਰ, ਪਰ ਇੱਕ ਜਥੇਬੰਦੀ ਪੰਥ ਨਹੀਂ ਹੁੰਦੀ। ਅੱਜ ਸਾਡੇ ਹਾਲਾਤ ਇਹ ਬਣ ਗਏ, ਕੋਈ ਵੀ ਸਿੱਖ ਉੱਠਦਾ ਹੈ, ਜਥੇਬੰਦੀ ਸਤਿਕਾਰਯੋਗ ਹੈ, ਪਰ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ,
ਉਹ ਕਹਿੰਦੀ ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ। ਹੁਣ ਜੇ ਕੋਈ ਇੱਕੋ ਬੰਦਾ ਉੱਠ ਕੇ ਕਵੇ ਜੀ ਕਿ ਮੈਂ ਵੇਖੋ ਜੀ ਸਾਰਾ ਕੁਝ ਫੈਸਲੇ ਮੈਂ ਕਰਨੇ, ਉਹ ਕਵੇ ਵੀ ਸਭ ਕੁਝ ਮੇਰੇ ਹੱਥ 'ਚ ਚਾਹੀਦਾ ਹੈ, ਤੇ ਮਾਫ ਕਰਨਾ ਸਾਧ ਸੰਗਤ, ਲੱਖਾਂ ਹਜ਼ਾਰਾਂ ਜਥੇਬੰਦੀਆਂ ਸਿੱਖ ਪੰਥ ਵਿੱਚ ਨੇ, ਚੜ੍ਹਦੀ ਕਲਾ ਨਾਲ ਕਾਰਜ ਵੀ ਕਰ ਰਹੀਆਂ ਨੇ, ਪਰ ਉਹਨਾਂ ਨੂੰ ਪੰਥ ਨਹੀਂ ਕਹਿ ਸਕਦੇ। ਮਰਿਆਦਾ ਕਹਿੰਦੀ ਪੰਥ ਉਦੋਂ ਬਣਦਾ ਜਦੋਂ ਸਿੰਘਾਂ ਦਾ ਸਮੂਹ ਇਕੱਤਰ ਹੁੰਦਾ ਹੈ, ਤੇ ਉਹ ਤਾਂ ਹੀ ਇਕੱਤਰ ਹੋ ਸਕਦਾ ਹੈ ਜੇ ਅਸੀਂ ਆਪਣੇ ਨਿੱਜ ਹੰਕਾਰ ਤੇ ਹਉਮੈ ਨੂੰ ਮਾਰ ਕੇ ਤੁਰਾਂਗੇ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਗੁਰੂ ਹਰਗੋਬਿੰਦ ਸਾਹਿਬ ਨੇ ਧੀ ਕਿਹਾ ਤੇ ਕਵੀ ਸੰਤੋਖ ਸਿੰਘ ਲਿਖ ਗਏ, ਉਹ ਕਹਿੰਦੇ ਐਸੋ ਸਾਚ ਸ਼ਿੰਗਾਰ ਕਰ ਪੁੱਤਰੀ ਪ੍ਰਭ ਕੋ ਲੱਗੇ ਪਿਆਰੋ। ਕਿਹੜਾ ਸ਼ਿੰਗਾਰ? ਪੁੱਛੀਏ ਗੁਰੂ ਨਾਨਕ ਦੇਵ ਮਹਾਰਾਜ ਨੂੰ, ਸੱਚੇ ਪਾਤਸ਼ਾਹ ਦੱਸੋ ਕਿਹੜਾ ਸ਼ਿੰਗਾਰ ਕਰਨਾ ਚਾਹੀਦਾ? ਤੇ ਮਹਾਰਾਜ ਤਲੰਗ ਰਾਗ ਵਿੱਚ ਕਹਿਣਗੇ, ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਧਰੇ ਪਿਆਰੋ। ਕਹਿੰਦੇ ਰੱਬ ਦੇ ਭੌ ਦੀਆਂ ਸਲਾਈਆਂ ਅੱਖਾਂ 'ਚ ਪਾ। ਹੁਣ ਬੰਦਾ ਅੱਖਾਂ ਨੂੰ ਖੂਬਸੂਰਤ ਬਣਾਉਣ ਲਈ ਸੁਰਮਾ ਪਾਉਂਦਾ ਭੈਣੋ, ਪਰ ਗੁਰੂ ਨੇ ਬਾਣੀ 'ਚ ਲਿਖ ਦਿੱਤਾ ਕਿ ਹੇ ਮੇਰਿਆ ਸਿੱਖਾ, ਇਹ ਜੇ ਕਿਤੇ ਤੂੰ ਗੁਰੂ ਦੇ ਗਿਆਨ ਵਾਲਾ ਤੇ ਗੁਰੂ ਤੇ ਭਰੋਸੇ ਵਾਲਾ। ਹੁਣ ਭਉ ਦਾ ਅਰਥ ਹੋਰ ਕੋਈ ਹੈ ਹੀ ਨਹੀਂ। ਮਹਾਰਾਜ ਦੀ ਸਾਰੀ ਬਾਣੀ ਪੜ੍ਹ ਕੇ ਦੇਖ ਲਓ ਜੀ। ਆ ਜਿਹੜੇ ਬੰਦੇ ਅੱਜ ਕਿੰਤੂ ਪਰੰਤੂ ਕਰਦੇ ਆ, ਮੈਂ ਗੁਰੂ ਦੀ ਝੂਰੀ ਵਿੱਚ ਕਹਿਣਾ, ਤੁਸੀਂ ਬਾਣੀ 'ਚ ਕਿਤੇ ਤਰਕ ਨਹੀਂ, ਬਾਣੀ ਦੇ ਅੰਦਰ ਸ਼ਰਧਾ ਵਾਲਾ ਪੱਖ ਹਮੇਸ਼ਾ ਰੱਖੋਗੇ। ਵੇਖੋ ਇੰਨੀ ਸਿੱਖ ਦੀ ਸ਼ਰਧਾ ਹੈ। ਮੇਰੇ ਕੋਲੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਸੇਵਾ ਲਈ ਜੀ ਆ 2 ਦਿਨ ਪਹਿਲਾਂ। ਕੱਲ ਮੈਂ ਵਾਪਸ ਆਇਆ, ਪਾਕਿਸਤਾਨ ਜਾਣ ਦਾ ਮਨ ਸੀ ਕਿ ਉਥੋਂ ਨਗਰ ਕੀਰਤਨ ਤੋਰਨਾ ਹੈ, ਤੇ ਦਾਸ ਦੇ ਨਾਲ ਪ੍ਰਚਾਰਕ ਭਾਈ ਸਰਬਜੀਤ ਸਿੰਘ ਖਡੂਰ ਸਾਹਿਬ ਵਾਲੇ। ਮੈਂ ਗੱਲ ਕਰਨ ਲੱਗਾ ਵੀ ਗੁਰੂ ਕਿਵੇਂ ਅਜਮਤ ਵਰਤਾਉਂਦਾ ਹੈ। ਮੈਂ ਗੁਰੂ ਦੀ ਝੂਰੀ ਵਿੱਚ ਕਹਿ ਰਿਹਾ, ਅਸੀਂ ਪਾਸਪੋਰਟ ਦਿੱਤੇ ਜੀ, ਦੋਵਾਂ ਨੇ ਪਾਸਪੋਰਟ ਦਿੱਤੇ। ਭਾਈ ਸਾਹਿਬ ਦਾ ਵੀਜ਼ਾ ਲੱਗ ਗਿਆ, ਮੇਰਾ ਵੀਜ਼ਾ ਨਾ ਲੱਗਾ। ਹਾਲਾਂਕਿ ਮੈਂ ਦੇਸ਼ ਦੁਨੀਆ ਦੇ ਕੁੱਲ ਦੇਸ਼ਾਂ ਵਿੱਚ ਗਿਆ। ਬਾਅਦ 'ਚ ਮੈਂ ਇਨਕੁਆਰੀ ਵਾਲਿਆਂ ਤੋਂ ਪਤਾ ਕੀਤਾ, ਉਹਨਾਂ ਦੱਸਿਆ ਤੂੰ PTC ਚੈਨਲ ਤੇ ਬੋਲਦਿਆਂ ਭਾਈ ਅਨੋਖ ਸਿੰਘ ਬੱਬਰ ਦੀ ਜਿਹੜੀ ਸਾਖੀ ਸੁਣਾਈ ਸੀ, ਇਸ ਕਰਕੇ ਤੈਨੂੰ ਵੀਜ਼ਾ ਨਹੀਂ ਮਿਲਿਆ। ਮੈਨੂੰ ਉਹਨਾਂ ਨੇ ਗੱਲ ਕਹੀ ਹੈ, ਮੈਂ ਕੋਈ ਆਪਣੀ ਖੁਸ਼ਾਮਦੀ ਨਹੀਂ ਕਰ ਰਿਹਾ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਸਰਕਾਰਾਂ ਦੇ ਹੱਥ ਵਿੱਚ ਹੈ। ਖੈਰ ਮੇਰੇ ਮਨ 'ਚ ਇੱਕ ਭਾਵਨਾ ਆਈ, ਮੈਂ ਕਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਡੇ ਦਰਸ਼ਨ ਕਰਨੇ ਸੀ, ਮੈਂ ਚਾਹੁੰਦਾ ਸੀ ਉੱਥੇ ਜਾ ਕੇ ਸੇਵਾ ਕਰਾਂ, ਮੈਂ ਹਾਜ਼ਰੀ ਭਰਾਂ ਜਿਹੜੀ ਤੂੰ ਗੁਰੂ ਨੇ ਤਾਕਤ ਦਿੱਤੀ ਹੈ। ਅਜੇ ਮਨ 'ਚ ਇਹੋ ਵਿਚਾਰ ਆਏ ਕਿ ਉਧਰੋਂ ਦਾਸ ਨੂੰ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦਾ ਫੋਨ ਆਇਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਪਵਿੱਤਰ ਚਰਨ ਛੋਹ ਖੜਾਵਾਂ ਇਹ ਲਖਪਤ ਦੀ ਧਰਤੀ ਤੇ ਗੁਜਰਾਤ ਵਿੱਚ ਪਈਆਂ ਹੋਈਆਂ ਨੇ, ਔਰ ਉਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਜਿੰਨਾ ਚਿਰ ਅਸੀਂ ਪੁਰਾਤਨ ਵਿਭਾਗ ਦੀ ਮਨਜ਼ੂਰੀ ਨਹੀਂ ਲੈਂਦੇ, ਅਸੀਂ ਉਹ ਖੜਾਵਾਂ ਨਹੀਂ ਦੇ ਸਕਦੇ। ਤੇ ਸਾਡੇ ਪ੍ਰਬੰਧਕਾਂ ਦਾ ਮਨ ਸੀ ਉਹ ਖੜਾਵਾਂ ਆਉਣ ਤੇ ਗੁਰੂ ਨਾਨਕ ਦੀ ਸੰਗਤ ਨਗਰ ਕੀਰਤਨ 'ਚ ਗੁਰੂ ਨਾਨਕ ਦੇਵ ਦੀਆਂ ਖੜਾਵਾਂ ਦੇ ਦਰਸ਼ਨ ਕਰੇ। ਸਾਧ ਸੰਗਤ ਅਜੇ ਮਨ 'ਚ ਇਹੋ ਹੀ ਆ ਰਿਹਾ, ਮਹਾਰਾਜ ਮੈਂ ਜਾ ਨਹੀਂ ਸਕਿਆ ਪਾਕਿਸਤਾਨ। ਇੰਨਾ ਕੁ ਬਚਨ ਹੋਏ ਤੇ ਸਤਿਕਾਰਯੋਗ ਸਾਧ ਸੰਗਤ, ਉਹਨਾਂ ਨੇ ਕਿਹਾ ਦੇਖੋ ਜੀ ਉੱਥੇ ਸੇਵਾ ਕਰਾਉਂਦੇ ਬਾਬਾ ਲੱਖਾ ਸਿੰਘ ਕੋਟੇ ਵਾਲੇ, ਤੇ ਮੇਰਾ ਦਾਸ ਮਹਾਂਪੁਰਖਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਪਿਤਾ ਪੁਰਖੀ ਪਿੰਡ ਪੱਠੇ ਵਿੰਡਪੁਰ, ਜਿਹਨੂੰ ਅੱਜ ਕੱਲ੍ਹ ਡੇਰਾ ਸਾਹਿਬ ਲੋਹਾਰ ਕਿਹਾ ਜਾਂਦਾ, ਬਾਬਾ ਮਹਿਤਾ ਕਾਲੂ ਜੀ ਦਾ ਜਨਮ ਸਥਾਨ, ਉੱਥੇ 1, 2 ਤੇ 3 ਨਵੰਬਰ ਨੂੰ ਬਹੁਤ ਵੱਡਾ ਸਮਾਗਮ ਕਰ ਰਹੇ ਨੇ, ਸ਼ਤਾਬਦੀ ਮਨਾ ਰਹੇ ਨੇ। ਉਹਨਾਂ ਨੇ ਸਾਰੀ ਜ਼ਿੰਮੇਵਾਰੀ ਦਾਸ ਨੂੰ ਦਿੱਤੀ ਪ੍ਰਚਾਰ ਦੀ, ਤੇ ਮਹਾਂਪੁਰਖਾਂ ਦੇ ਨਾਲ ਇੰਨਾ ਪਿਆਰ ਕਿ ਮੈਨੂੰ ਹੁਕਮ ਹੋਇਆ ਕਿ ਤੁਸੀਂ ਮਹਾਂਪੁਰਖਾਂ ਨਾਲ ਗੱਲ ਕਰੋ। ਦਾਸ ਨੇ ਫੋਨ ਕੀਤਾ ਤੇ ਸੰਤ ਬਾਬਾ ਲੱਖਾ ਸਿੰਘ, ਜਿਨ੍ਹਾਂ ਭਗਤ ਧੰਨਾ ਦਾ 600 ਸਾਲਾ ਉਹਨਾਂ ਦੇ ਪਿੰਡ ਧੂਆਂ ਕਲਾ ਮਨਾਇਆ, ਜਿਨ੍ਹਾਂ ਨੇ ਬੇਟ ਦਵਾਰਕਾ ਸਮੁੰਦਰ 'ਚ ਜਾ ਕੇ ਗੁਰਦੁਆਰਾ ਬਣਾਇਆ। ਸਮੁੰਦਰ 'ਚ ਕੋਈ ਰਾਹ ਨਹੀਂ ਹੈਗਾ, ਟਾਪੂ ਆ। ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਅਸੀਂ 550 ਸਾਲਾ ਮਨਾਉਣ ਜਾ ਰਹੇ ਹਾਂ। ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ, ਜਿੱਦਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੇਟ ਦਵਾਰਕਾ ਦੀ ਧਰਤੀ ਤੇ ਜਾਂਦੇ ਆ ਨਾ ਜੀ, ਦਵਾਰਕਾ ਆਪਾਂ ਨੂੰ ਆਪਣੇ ਸਾਧਨ ਖੜੇ ਕਰਕੇ ਤੇ ਗਾੜੀ ਸਮੁੰਦਰ ਦੇ ਵਿੱਚ ਦੀ ਬੇੜੇ 'ਚ ਸਵਾਰ ਹੋ ਕੇ ਜਾਣਾ ਪੈਂਦਾ। ਗੁਰੂ ਨਾਨਕ ਸਾਹਿਬ ਉੱਥੇ ਗਏ ਬੇਟ ਦਵਾਰਕਾ, ਉੱਥੇ ਇੱਕ 2500 ਸਾਲ ਪੁਰਾਣਾ ਤਲਾਬ ਹੈ। ਉਸ ਤਲਾਬ ਦੇ ਕੰਢੇ ਤੇ ਇੱਕ ਸੰਤ ਭਗਤੀ ਕਰਦਾ ਸੀ, ਤੇ ਉਹਦੀ ਆਦਤ ਸੀ ਵੀ ਲੋਕਾਂ ਨੇ ਮੱਥੇ ਟੇਕਣੇ, ਉਹਨੇ ਅਸ਼ੀਰਵਾਦ ਦੇਣੇ ਸਭ ਨੂੰ। ਤੇ ਮੈਂ ਇੱਕ ਬੇਨਤੀ ਕਰਾਂ, ਜਿਹਨੂੰ ਮੱਥਾ ਟਿਕਾਉਣਾ ਆ ਜੇ ਉਹ ਕਈ ਵਾਰ ਦੂਜੇ ਦੇ ਅੱਗੇ ਮੱਥਾ ਘੱਟ ਟੇਕਦਾ ਹੈ। ਗੁਰੂ ਨਾਨਕ ਸਾਹਿਬ ਬੇਟ ਦਵਾਰਕਾ ਗਏ, ਸੰਤ ਨੇ ਕੋਈ ਬਹੁਤਾ ਧਿਆਨ ਨਾ ਦਿੱਤਾ ਔਰ ਉਲਟਾ ਕਹਿਣ ਲੱਗਾ ਤੁਸੀਂ ਮੇਰੇ ਨਾਲ ਵਿਚਾਰ ਚਰਚਾ ਕਰਕੇ ਵੇਖ ਲਓ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਉਸ ਸੰਤ ਦੀ ਬੇਟ ਦਵਾਰਕਾ ਦੀ ਧਰਤੀ ਤੇ ਵਿਚਾਰ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਉਸ ਸੰਤ ਨੂੰ ਵਿਚਾਰ ਦੇ ਵਿੱਚ ਹਰਾ ਦਿੰਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕੋਲ ਗਿਆਨ ਹੈ
ਉਹ ਰੱਬੀ ਤਾਕਤ ਹੈ ਤੇ ਗੁਰੂ ਨਾਨਕ ਆਪ ਪਾਰ ਬ੍ਰਹਮ ਪਰਮੇਸ਼ਰ ਹੈ। ਆਪਾਂ ਬਾਣੀ 'ਚ ਪੜ੍ਹਦੇ ਹਾਂ ਜੀ, ਭੱਟਾਂ ਨੇ ਐਵੇਂ ਨਹੀਂ ਲਿਖਿਆ, ਉਹ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਰੱਬ ਆਪ ਹੈ, ਉਹਨੂੰ ਕੌਣ ਹਰਾ ਸਕਦਾ ਹੈ ਜੀ। ਸੰਤ ਨੇ ਮੱਥਾ ਟੇਕਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਹੁਣ ਭਾਈ ਮੋਹਕਮ ਸਿੰਘ ਜਿਹੜੇ ਪੰਜਾਂ ਪਿਆਰਿਆਂ 'ਚ ਹੋਏ ਨੇ, ਇਹ ਬੇਟ ਦਵਾਰਕਾ ਦਾ ਜਨਮ ਹੈ ਇਹਨਾਂ ਦਾ, ਔਰ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜੀ ਆਏ ਨੇ, ਆਪਣੇ ਘਰੇ ਪਿਆਰ ਨਾਲ ਬੁਲਾਇਆ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ। ਮਹਾਰਾਜ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ, ਔਰ ਜਿੱਥੇ ਵੀ ਗੁਰੂ ਸਾਹਿਬ ਗਏ ਉਹਨਾਂ ਸੱਚਾ ਨਾਮ ਜਪਣ ਵਾਸਤੇ ਕਿਹਾ। ਤੇ ਭਾਈ ਗੁਰਦਾਸ ਲਿਖਦੇ ਆ, ਕਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਹੁਣ ਜਦੋਂ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ, ਉਹਨਾਂ ਦੇ ਘਰ 'ਚ ਸਿੱਖੀ ਆ ਗਈ ਜੀ। ਭਾਈ ਮੋਹਕਮ ਸਿੰਘ ਦੇ ਬਜ਼ੁਰਗਾਂ ਦੇ ਘਰ 'ਚ ਪੀੜ੍ਹੀ ਦਰ ਪੀੜ੍ਹੀ ਕੰਮ ਚੱਲਦਾ ਗਿਆ। ਤੇ ਜਦੋਂ ਭਾਈ ਮੋਹਕਮ ਸਿੰਘ ਇਸੇ ਪਰਿਵਾਰ 'ਚ ਪੈਦਾ ਹੋਇਆ ਤੇ ਭਾਗਾਂ ਵਾਲਿਓ 7 ਸਾਲ ਉਮਰ ਤੇ 7 ਸਾਲ ਦਾ ਬੱਚਾ ਆਪਣੇ ਪਿਤਾ ਦੇ ਸਵਾਲ ਕਰਦਾ ਹੈ, ਪਿਤਾ ਜੀ ਜਿਹੜੇ ਗੁਰੂ ਨੂੰ ਰਾਤ ਦਿਨ ਯਾਦ ਕਰਦੇ ਆ, ਕੀ ਉਸ ਗੁਰੂ ਦੇ ਜ਼ਿੰਦਗੀ 'ਚ ਦਰਸ਼ਨ ਨਹੀਂ ਕਰ ਸਕਦੇ? ਆਪਾਂ ਤੇ ਬੜੀ ਦੂਰ ਸਮੁੰਦਰ ਜਾ ਕੇ ਬੈਠੇ ਆ। ਪਿਤਾ ਨੇ ਪਤਾ ਕਰਾਇਆ, ਕਹਿੰਦੇ ਅੱਜ ਗੁਰੂ ਨਾਨਕ ਦੀ ਥਾਂ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਹਨ। ਸਾਧ ਸੰਗਤ, ਬੱਚੇ ਦੀ ਜਿੱਦ ਅੱਗੇ ਭਾਈ ਮੋਹਕਮ ਸਿੰਘ ਨੇ ਪ੍ਰੇਰ ਕੇ ਸਾਰੇ ਪਰਿਵਾਰ ਨੂੰ ਕਿਹਾ, ਜਿਹਦਾ ਨਾਂ ਜਪਦਿਆਂ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਰਹਿਣਾ ਚਾਹੁੰਦਾ। ਸਾਰਾ ਪਰਿਵਾਰ ਤੁਰ ਪਿਆ ਜੀ ਬੇਟ ਦਵਾਰਕਾ ਤੋਂ, ਤੇ ਮਨ 'ਚ ਆਇਆ ਵੀ ਇੱਥੇ ਜ਼ਮੀਨ ਜਾਇਦਾਦ ਹੈ, ਸਾਡੇ ਨਾਂ ਤੇ ਜਗ੍ਹਾ ਬੋਲਦੀ ਹੈ। ਵੇਖਿਓ ਸਿੱਖ ਦਾ ਭਰੋਸਾ, ਤੁਰਨ ਲੱਗਿਆਂ ਸਾਰੀ ਵਸੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਂ ਤੇ ਕਰ ਦਿੱਤੀ। ਅੱਜ ਤੁਸੀਂ ਬੇਟ ਦਵਾਰਕਾ ਜਾਓ ਤੇ ਜਦੋਂ ਆਪਾਂ ਜਗ੍ਹਾ ਦੀ ਫਰਦ ਘਟਾਉਣੇ ਆ ਤੇ ਉਹ ਫਰਦ ਦੇ ਉੱਤੇ ਕੀ ਲਿਖਿਆ, ਜਿਹੜਾ ਰਕਬਾ ਉਹ ਭਾਈ ਮੋਹਕਮ ਸਿੰਘ ਦੇ ਬਜ਼ੁਰਗਾਂ ਦੇ ਨਾਮ ਬੋਲਦਾ ਸੀ, ਅੱਜ ਉਹਦੇ ਤੇ ਲਿਖਿਆ ਮਿਲਦਾ ਨਾਨਕ ਸ਼ਾਹ ਕਾ ਮਕਾਮ, ਵੀ ਇਹ ਧਰਤੀ ਗੁਰੂ ਨਾਨਕ ਦੀ ਹੋ ਗਈ ਹੈ। ਸਾਧ ਸੰਗਤ, ਫਿਰ ਭਾਈ ਮੋਹਕਮ ਸਿੰਘ ਆਨੰਦਪੁਰ ਸਾਹਿਬ ਆਏ, ਇੱਥੇ ਹੀ ਉਹਨਾਂ ਨੇ ਫਿਰ ਸੀਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ। ਔਰ ਬਾਬਾ ਲੱਖਾ ਸਿੰਘ ਕੋਟੇ ਵਾਲੇ ਮਹਾਂਪੁਰਖ, ਉਹਨਾਂ ਨੇ ਭਾਈ ਮੋਹਕਮ ਸਿੰਘ ਦਾ ਘਰ ਉਦਾਂ ਹੀ ਸੰਭਾਲ ਕੇ ਰੱਖਿਆ ਪੁਰਾਣਾ, ਔਰ ਲਾਗੇ ਇੱਕ ਦਰਬਾਰ ਬਣਾਇਆ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮੋਹਕਮ ਸਿੰਘ ਦੀ ਯਾਦ ਵਿੱਚ ਆਲੀਸ਼ਾਨ ਗੁਰਦੁਆਰਾ ਬਣਿਆ ਹੈ। ਔਰ ਬੇੜੇ ਥਾਣੀ ਜਾਣਾ ਪੈਂਦਾ ਹੈ। ਮੈਂ ਕਹਿੰਦਾ ਆ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਖਿਲਾਫ ਲੋਕ ਬੋਲਦੇ ਆ, ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿੰਦਾ ਜੇ ਕਾਰ ਸੇਵਾ ਵਾਲੇ ਸੰਤ ਨਾ ਹੋਣ ਤੇ ਭਾਗਾਂ ਵਾਲਿਓ ਏਡੀਆਂ ਵੱਡੀਆਂ ਵੱਡੀਆਂ ਸੇਵਾਵਾਂ ਕਦੇ ਨਹੀਂ ਹੋ ਸਕਦੀਆਂ। ਉਹ ਬੇੜੀਆਂ 'ਚ ਰੇਤਾ ਲੱਦ ਕੇ, ਬੇੜੀਆਂ 'ਚ ਸਰੀਆ ਤੇ ਸੀਮੈਂਟ ਲੱਦ ਕੇ, ਬੇੜੀਆਂ 'ਚ ਲੇਬਰ ਲੱਦ ਕੇ ਬਾਬਾ ਲੱਖਾ ਸਿੰਘ ਨੇ ਉੱਥੇ ਗੁਰਦੁਆਰਾ ਬਣਾਤਾ ਸਮੁੰਦਰ 'ਚ। ਮੈਂ ਹੋਰ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਆ ਜਿਹੜੀ ਤਾਕਤ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ, ਬਾਦਸ਼ਾਹਾਂ ਵਾਲੀ ਤਾਕਤ, ਜਿਹੜਾ ਸਰੂਪ ਗੁਰੂ ਨੇ ਦਿੱਤਾ ਹੈ, ਉਹ ਪੰਜਾਬ ਤੋਂ ਬਾਹਰ ਜਾ ਕੇ ਵੇਖੋ ਇਹ ਸਰੂਪ ਦਾ ਭੈ ਕਿੰਨਾ ਹੈ। ਅਸੀਂ ਗਏ ਜੀ ਉੱਥੇ 10,000 ਲੋਕ ਰਹਿੰਦੇ ਨੇ, 6,000 ਮੁਸਲਮਾਨ ਤੇ 4,000 ਹਿੰਦੂ। ਉਹ ਸਾਡੇ ਕੋਲ ਆਏ ਜੀ ਪਿੰਡ ਦੇ ਮੋਹਤਬਾਰ, ਕ੍ਰਿਸ਼ਨ ਦਾ ਬਹੁਤ ਪੁਰਾਣਾ ਮੰਦਿਰ ਉਹ ਵੀ ਦਵਾਰਕਾ 'ਚ ਹੀ ਹੈ, ਲੋਕ ਵੇਖਣ ਲਈ ਜਾਂਦੇ ਨੇ। ਸਾਡੇ ਕੋਲ ਆਏ, ਹੱਥ ਜੋੜ ਕੇ ਉਹਨਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬੇਨਤੀ ਕੀਤੀ, ਕਹਿੰਦੇ ਸਿੰਘ ਸਾਹਿਬ ਜੀ ਅਸੀਂ 10,000 ਦੀ ਆਬਾਦੀ 'ਚ ਇੱਥੇ ਰਹਿੰਦੇ ਆ, ਸਿੱਖਾਂ ਦਾ ਘਰ ਇੱਕ ਵੀ ਨਹੀਂ ਹੈਗਾ। ਪਰ ਉਹ ਕਹਿੰਦੇ ਸਿੰਘ ਸਾਹਿਬ ਇਹ ਸਚਾਈ ਹੈ, ਜਦੋਂ ਇੱਥੇ ਸਿੱਖਾਂ ਨੇ ਗੁਰਦੁਆਰਾ ਨਹੀਂ ਸੀ ਬਣਾਇਆ, ਕਹਿੰਦੇ ਇੰਨੇ ਦੰਗੇ ਫਸਾਦ ਲੜਾਈ ਝਗੜੇ ਹੁੰਦੇ ਸੀ, ਕਹਿੰਦੇ ਵੇਖੋ ਗੁਰੂ ਨਾਨਕ ਦੇ ਸਿੱਖਾਂ ਦੀਆਂ ਕਰਾਮਾਤਾਂ, ਉਹ ਗਿਣਤੀ ਦੇ 3 ਸਿੱਖ ਬੇਟ ਦਵਾਰਕਾ 'ਚ ਗੁਰਦੁਆਰੇ 'ਚ ਬੈਠੇ ਆ, ਤਿੰਨਾਂ ਸਿੱਖਾਂ ਦਾ ਭੈ ਵੇਖੋ। ਉਹ ਕਹਿੰਦੇ ਬੇਟ ਦਵਾਰਕਾ ਦੀ ਧਰਤੀ ਤੋਂ ਸਾਰੇ ਝਗੜੇ ਖਤਮ ਹੋ ਗਏ। ਸਾਧ ਸੰਗਤ, ਇਹ ਪ੍ਰਭਾਵ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਾਂ ਨੇ ਕਿ ਮਹਾਰਾਜ ਨੇ ਸਾਨੂੰ ਅਣਖਣਾ ਜਿਉਣਾ ਸਿਖਾਇਆ। ਔਰ ਅੱਜ ਵੀ ਜਦੋਂ ਸਿੱਖੀ ਸਰੂਪ ਲੈ ਕੇ ਅਸੀਂ ਸੰਸਾਰ ਦੇ ਕੋਨੇ-ਕੋਨੇ 'ਚ ਵਿਚਰਦੇ ਹਾਂ, ਦੁਨੀਆ ਦੇ ਲੋਕ ਕਹਿੰਦੇ ਉਹ ਸਰਦਾਰ ਜਾਂਦਾ ਪਿਆ। ਇਹ ਸਰਦਾਰੀਆਂ, ਅਣਖਣਾ ਜਿਉਣਾ, ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਇਆ। ਮੈਂ ਬੇਨਤੀ ਕਰ ਰਿਹਾ ਸੀ, ਮਹਾਂਪੁਰਖਾਂ ਨੇ ਲਖਪਤ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਖੜਾਵਾਂ ਪਈਆਂ ਨੇ, ਇਹ ਲਖਪਤ ਤੋਂ ਭਾਵ ਇਹ ਹੈ ਕਿ ਇਹ ਗੁਜਰਾਤ ਦਾ ਬਿਲਕੁਲ ਬਾਰਡਰ ਹੈ, ਹਿੰਦੁਸਤਾਨ ਦਾ ਬਾਰਡਰ ਹੈ, ਔਰ ਇਹਦੇ ਅਗਲੇ ਪਾਸੇ ਸਮੁੰਦਰ ਹੈ। ਉਹ ਤੋਂ ਅੱਗੇ ਸਾਰਾ ਸਿੰਧ ਦਾ ਇਲਾਕਾ, ਕਰਾਚੀ, ਤੇ ਫਿਰ ਅੱਗੇ ਸਾਊਦੀ ਅਰਬ, ਮੱਕਾ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੱਕੇ ਗਏ ਆ, ਉਹ ਸਾਧ ਸੰਗਤ ਲਖਪਤ ਥਾਣੀ ਲੰਘ ਕੇ ਗਏ। ਲਖਪਤ ਉਦੋਂ ਬੰਦਰਗਾਹ ਸੀ, ਬੰਦਰਗਾਹ ਤੋਂ ਭਾਵ ਸੀ ਕਿ ਉੱਥੇ ਸਾਰੇ ਜਹਾਜ਼ ਆ ਕੇ ਰੁਕਦੇ ਸੀ। 1 ਲੱਖ ਰੁਪਈਆ ਰੋਜ਼ ਆਮਦਨ ਸੀ
ਉਹਦਾ ਨਾਂ ਲਖਪਤ ਤਾਂ ਪਿਆ ਤੇ ਜਿਹੜੇ ਬੰਦੇ ਉਸ ਅਮੀਰ ਸ਼ਹਿਰ ਵਿੱਚ ਰਹਿੰਦੇ ਉਹ ਵੀ ਲੱਖਾਂਪਤੀ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਇਹ ਸ਼ਹਿਰ ਲੰਘ ਕੇ ਜਾਂਦੇ ਆ ਜੀ। ਕੁਝ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਕੋਈ ਨਿਸ਼ਾਨੀ ਦੇ ਦਿਓ। ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ। ਜਦੋਂ ਮੱਕੇ ਦੀ ਧਰਤੀ ਤੇ ਜਾਂਦੇ ਆ, ਵੈਸੇ ਲਖਪਤ ਗੁਰੂ ਸਾਹਿਬ ਦੂਜੀ ਉਦਾਸੀ ਤੇ ਚੌਥੀ ਉਦਾਸੀ ਵੇਲੇ ਗਏ ਆ ਜੀ। ਜਦੋਂ ਮੱਕਿਓਂ ਵਾਪਸ ਆਏ ਤੇ ਪੁਰਾਣੇ ਬਜ਼ੁਰਗ ਸੀਨਾ ਬਸੀਨਾ ਦੱਸਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਖੜਾਵਾਂ ਉਸ ਲਖਪਤ ਦੀ ਧਰਤੀ ਤੇ ਪਈਆਂ ਨੇ। ਔਰ ਸਾਧ ਸੰਗਤ, ਮੇਰੇ ਮਨ 'ਚ ਜੇ ਇਹੋ ਵਿਚਾਰ ਚੱਲਦੀ ਸੀ, ਮੈਂ ਨਨਕਾਣਾ ਸਾਹਿਬ ਨਹੀਂ ਜਾ ਸਕਿਆ, ਪਰ ਹੁਕਮ ਹੋ ਗਿਆ ਕਿ ਮਹਾਂਪੁਰਖਾਂ ਨੂੰ ਬੇਨਤੀ ਕਰੋ। ਮੈਂ ਬਾਬਾ ਜੀ ਲੱਖਾ ਸਿੰਘ ਦੇ ਚਰਨਾਂ 'ਚ ਬੇਨਤੀ ਕੀਤੀ। ਉਹਨਾਂ ਨੇ ਉੱਥੋਂ ਦੀ ਕਮੇਟੀ ਨੂੰ ਇਹ ਗੱਲ ਕਹੀ। ਉਹ ਕਹਿਣ ਲੱਗੇ, ਭਾਈ ਆਓ ਤੇ ਤੁਸੀਂ ਉਹ ਖੜਾਵਾਂ ਸਾਡੀ ਝੋਲੀ ਵਿੱਚ ਪਾ ਦਿਓ। ਸਾਧ ਸੰਗਤ, ਉਹਨਾਂ ਕਿਹਾ ਮੇਰੀ ਗਰੰਟੀ ਤੇ ਨਗਰ ਕੀਰਤਨ ਸਮਾਪਤ ਹੋਵੇਗਾ ਤੇ ਤੁਹਾਨੂੰ ਵਾਪਸ ਕਰ ਦਿਆਂਗੇ। ਉਹ ਦਾਸ ਗਿਆ ਜੀ। ਫਿਰ ਉੱਥੇ ਆ 2 ਰਾਤਾਂ 2 ਦਿਨ ਲੱਗੇ। ਔਰ ਸਾਧ ਸੰਗਤ, ਉਹ ਗੁਰੂ ਨਾਨਕ ਸਾਹਿਬ ਦੀਆਂ ਪਵਿੱਤਰ ਖੜਾਵਾਂ ਲਿਆਉਣ ਦੀ ਸੇਵਾ ਕੱਲ ਜਦੋਂ ਅਸੀਂ ਆਏ ਤੇ ਸ਼ਸਤਰਾਂ ਵਾਲੀ ਬੱਸ 'ਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਖੜਾਵਾਂ ਵੀ ਰੱਖੀਆਂ ਗਈਆਂ ਨੇ। ਔਰ ਸਿੱਖ ਸ਼ਰਧਾ ਨਾਲ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਆਂ ਬਖਸ਼ਾਂ ਪ੍ਰਾਪਤ ਕਰਦੇ ਨੇ। ਮੈਂ ਤਾਂ ਬੇਨਤੀ ਕਰ ਰਿਹਾ ਵੀ ਉਹਦੇ 'ਚ ਸ਼ਸਤਰ ਵੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ, ਉਹ 'ਚ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਨੇ, ਉਹਦੇ 'ਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਤਰ ਨੇ, ਉਹਦੇ 'ਚ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਵੱਟੇ ਤੇ ਉਹਦੇ ਵਿੱਚ ਸਾਧ ਸੰਗਤ ਤੋਂ ਪਵਿੱਤਰ ਖੜਾਵਾਂ। ਜਦੋਂ ਨਗਰ ਕੀਰਤਨ ਤੁਹਾਡੇ ਇਲਾਕੇ ਵਿੱਚ ਆਵੇਗਾ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ, ਆਪਾਂ ਵੀ ਨਗਰ ਕੀਰਤਨ ਵਿੱਚ ਵੱਧ ਚੜ ਕੇ ਹਿੱਸਾ ਲੈਣਾ। ਇਹ ਗੱਲ ਸ਼ਰਧਾ ਤੋਂ ਸ਼ੁਰੂ ਹੋਈ। ਅੱਜ ਬੜੇ ਲੋਕ ਆ ਜੀ, ਕੋਈ ਨਗਰ ਕੀਰਤਨ ਦੇ ਬਾਰੇ, ਕੋਈ ਲੰਗਰਾਂ ਬਾਰੇ, ਕੋਈ ਛਬੀਲਾਂ ਬਾਰੇ ਉਹ ਕਿੰਤੂ ਪਰੰਤੂ ਕਰਦੇ। ਕੀ ਲੋੜ ਹੈ? ਪਰ ਮੈਂ ਬੇਨਤੀ ਕਰਾਂਗਾ, ਠੀਕ ਹੈ ਗਰੀਬ ਨੂੰ ਦਾਨ ਦਿਓ, ਇਹ ਸਾਡਾ ਮੋਟੋ ਹੈ, ਗਰੀਬਾਂ ਨੂੰ ਗੱਲ ਨਾ ਲਾਉਣਾ ਚਾਹੀਦਾ ਹੈ। ਪਰ ਇਹ ਕਿੱਥੇ ਲਿਖਿਆ ਹੈ ਜੀ ਕਿ ਗੁਰੂ ਦੇ ਹਿੱਸੇ ਦਾ ਕੱਟ ਕੇ ਤੁਸੀਂ ਕਿਸੇ ਬੰਦੇ ਦੀ ਝੋਲੀ 'ਚ ਪਾ ਦਿਓ? ਜਿਹੜਾ ਸਤਕਾਰ ਗੁਰੂ ਦਾ ਹੈ ਉਹ ਗੁਰੂ ਦਾ ਹੀ ਰਹਿਣਾ ਹੈ। ਤੇ ਬਾਕੀ ਗੁਰੂ ਨੇ ਸਿਖਾਇਆ ਵੀ ਠੀਕ ਹੈ ਗਰੀਬਾਂ ਲੋੜਵੰਦਾਂ ਨੂੰ ਆਪਣੇ ਦਸਵੰਧ ਵਿੱਚੋਂ ਉੱਥੇ ਵੀ ਮਾਇਆ ਖਰਚ ਕਰਨੀ ਚਾਹੀਦੀ। ਪਰ ਕੱਲ ਨੂੰ ਕੋਈ ਬੰਦਾ ਉੱਠ ਕੇ ਕਹਿ ਦੇ ਕਿ ਇਹਨਾਂ ਕੰਮਾਂ ਦੀ ਲੋੜ ਨਹੀਂ, ਇਹ ਸਾਡੇ ਸਿਧਾਂਤ ਆ ਭਾਗਾ ਵਾਲਿਓ, ਇਹਦੇ ਤੇ ਕੋਈ ਬੰਦਾ ਕਿੰਤੂ ਨਹੀਂ ਕਰ ਸਕਦਾ। ਅਟਾਰੀ ਬਾਰਡਰ ਤੋਂ ਲੈ ਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਆ ਭਾਈ ਖਜ਼ਾਨ ਸਿੰਘ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਾਧ ਸੰਗਤ ਤਕਰੀਬਨ ਇਹਨਾਂ 7 ਪ੍ਰੋਗਰਾਮ ਬਣਾਏ। ਕਹਿੰਦੇ 17 ਜਗ੍ਹਾ ਤੇ ਲੋਕ ਇਕੱਠੇ ਹੋਏ ਔਰ ਸੜਕਾਂ ਮੱਲੀਆਂ ਗਈਆਂ ਕਿ ਕਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਹਰਿਮੰਦਰ ਸਾਹਿਬ ਨੂੰ ਜਾਵੇ ਤੇ ਅਸੀਂ ਫੁੱਲ ਸੁੱਟ ਕੇ ਗੁਰੂ ਪਾਤਸ਼ਾਹ ਦਾ ਸਤਿਕਾਰ ਕਰ ਸਕੀਏ। ਇਹ ਭਰੋਸਾ ਹੈ। ਮੈਂ ਕਹਿੰਦਾ ਠੀਕ ਹੈ ਕਿੰਤੂ ਪਰੰਤੂ ਹੋ ਸਕਦਾ ਹੈ, ਪਰ ਭਰੋਸੇ ਵਾਲੇ ਸਿੱਖਾਂ ਦੀ ਗਿਣਤੀ ਜ਼ਿਆਦੀ ਹੈ। ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ, ਸ਼ਰਧਾ ਭਰੋਸਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਰੱਖਿਓ। ਜੇ ਗੁਰੂ ਹਰਗੋਬਿੰਦ ਸਾਹਿਬ ਭਾਈ ਸਾਧੂ ਦੀ ਸੁਣ ਸਕਦਾ ਹੈ, ਮਾਤਾ ਭਾਗ ਭਰੀ ਦੀ ਸੁਣ ਸਕਦਾ ਹੈ, ਭਾਈ ਪੱਲੇ ਦੀ ਸੁਣ ਸਕਦਾ ਹੈ, ਤੇ ਪਾਗਾਂ ਵਾਲਿਓ ਗੁਰੂ ਹਰਗੋਬਿੰਦ ਸਾਹਿਬ ਅੱਜ ਆਪਣੇ ਸਿੱਖ ਦੀ ਵੀ ਸੁਣਦਾ ਹੈ। ਔਰ ਕੁਝ ਵੀ ਚਾਹੀਦਾ ਹੈ, ਤਨ ਮਨ ਧਨ, ਗੁਰੂ ਸਾਡੇ ਪ੍ਰਾਣਾਂ ਦਾ ਆਸਰਾ ਹੈ। ਬਾਣੀ ਦੀ ਬਹੁਤ ਪਿਆਰੀ ਪੰਕਤੀ ਹੈ, ਮੈਂ ਯਤਨ ਕਰਾਂਗਾ ਕਿ ਅੱਗੇ ਬੋਲਾਂ, ਤੁਸੀਂ ਯਤਨ ਕਰਿਓ ਕਿ ਇਹ ਪੰਕਤੀਆਂ ਭਰੋਸਾ ਰੱਖਣ ਵਾਲੀਆਂ ਗੁਰੂ ਤੇ, ਇਹਨਾਂ ਨੂੰ ਆਪਾਂ ਗਾ ਕੇ ਪੜਨ ਦਾ ਯਤਨ ਕਰ ਸਕੀਏ, ਜਿਹਦੇ ਚੋਂ ਸਿੱਖਿਆ ਇਹ ਮਿਲਦੀ ਹੈ ਜੇ ਸ਼ਰਧਾ ਨਹੀਂ ਭਰੋਸਾ ਨਹੀਂ ਤੇ ਮੇਰਾ ਮਾਲਕ ਕਹਿੰਦਾ ਸਿੱਖਾ ਤੇਰੇ ਪੱਲੇ ਕੁਝ ਵੀ ਨਹੀਂ। ਤੂੰ ਮੇਰੇ ਪ੍ਰਾਨ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ, ਤੂੰ ਮੇਰੇ ਪ੍ਰਾਨ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ। ਸਾਰੇ ਬੋਲੋ ਜੀ, ਤੂੰ ਮੇਰੇ ਪ੍ਰਾਨ, ਤੂੰ ਮੇਰੇ ਪ੍ਰਾਨ ਆਧਾਰੇ ਦਾ ਅਰਥ ਹੈ ਸਾਧ ਸੰਗਤ ਪ੍ਰਾਣਾਂ ਦਾ ਆਸਰਾ। ਗੁਰੂ ਤੂੰ ਮਿਹਰਬਾਨ ਹੈ, ਸਭ ਕੁਝ ਸਾਡੀ ਝੋਲੀ 'ਚ ਪਾਉਣ ਵਾਲਾ ਹੈ। ਇਸ ਕਰਕੇ ਥੋੜਾ ਖੁੱਲ ਕੇ ਬੋਲੀਏ, ਨਮਸਕਾਰ ਡੰਡੋਤ ਬੰਦਨਾ, ਨਮਸਕਾਰ ਡੰਡੋਤ ਬੰਦਨਾ, ਨਮਸਕਾਰ ਡੰਡੋਤ ਬੰਦਨਾ, ਨਮਸਕਾਰ ਡੰਡੋਤ ਬੰਦਨਾ। ਅਨਕ ਬਾਰ ਜਾਉ ਬਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ, ਤੂੰ ਮੇਰੇ ਪ੍ਰਾਨ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ, ਤੂੰ ਮੇਰੇ
ਤੇ ਆਪਾਂ ਕਰਨਾ ਕੀ ਹੈ ਜੀ, ਗੁਰੂ ਨੇ ਡਿਊਟੀ ਕਿਹੜੀ ਲਾਈ, ਮਹਾਰਾਜ ਨੇ ਫਿਰ ਅਗਲੀ ਪੰਕਤੀ ਚ ਕਿਹਾ, ਊਠਤ ਬੈਠਤ ਸੋਵਤ ਜਾਗਤ, ਊਠਤ ਬੈਠਤ ਸੋਵਤ ਜਾਗਤ। ਊਠਤ ਬੈਠਤ ਸੋਵਤ ਜਾਗਤ, ਊਠਤ ਬੈਠਤ ਸੋਵਤ ਜਾਗਤ। ਏ ਮਨ ਤੁਝੇ ਚਿਤਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ, ਤੂੰ ਮੇਰੇ ਪ੍ਰਾਨ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰੇ, ਤੂੰ ਮੇਰੇ ਔਰ ਮਹਾਰਾਜ ਨੇ ਫਿਰ ਬਾਣੀ ਚ ਕਹਿ ਦਿੱਤਾ ਸਾਧ ਸੰਗਤ ਕਿ ਵਾਕਿਆ ਹੀ ਜੇ ਗੁਰੂ ਸਾਡੇ ਪ੍ਰਾਣਾਂ ਦਾ ਆਸਰਾ ਹੈ ਨਾ, ਤੇ ਉਸ ਗੁਰੂ ਨੇ ਜਿਸ ਧਰਤੀ ਤੇ ਭਾਗ ਲਾਏ ਨੇ ਨਾ, ਉਹ ਧਰਤੀ ਵੀ ਭਲੀ ਬਣ ਗਈ ਤੇ ਸੁਹਾਵੀ ਬਣ ਗਈ। ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਚਰਨ ਪਾਇਆ ਜੀ। ਔਰ ਮੈਂ ਕਈ ਵਾਰ ਸੋਚਦਾ, ਮਹਾਰਾਜ ਤੇਰੇ ਸਿੱਖ ਧਨ ਨੇ, ਜਿੱਦਣ ਤੁਸੀਂ ਆਏ ਇਤਿਹਾਸ ਪੜ੍ਹ ਕੇ ਵੇਖੋ, ਉਦਣ ਵੀ ਇਸ ਇਲਾਕੇ ਦੇ ਸਿੱਖਾਂ ਨੇ ਰੱਜ ਕੇ ਸਤਿਕਾਰ ਕੀਤਾ, ਤੇ ਅੱਜ ਸਾਲ ਬਾਅਦ ਜਦੋਂ ਦਿਨ ਆਉਂਦਾ ਹੈ ਮਹਾਰਾਜ, ਅਸੀਂ ਸਾਰਾ ਕੁਝ ਭੁਲਾ ਕੇ ਤੁਹਾਡੇ ਚਰਨਾਂ ਨੂੰ ਸਮਰਪਿਤ ਹੋ ਜਾਂਦੇ ਹਾਂ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਤੂੰ ਧੰਨ ਹੈ। ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਇੱਕ ਪੰਕਤੀ ਬੜੀ ਲਿਖੀ ਹੈ ਪਿਆਰੀ, ਉਹ ਮੈਂ ਕਹਿ ਕੇ ਫਿਰ ਫਤਿਹ ਬੁਲਾ ਦੇਣੀ, ਮੇਰਾ ਸਮਾਂ ਹੋ ਗਿਆ ਹੈ ਉਹ, ਕਿਉਂਕਿ ਮੇਰੀ ਡਿਊਟੀ ਵੀ ਹੈ ਉਹ ਸਾਧ ਸੰਗਤ ਕਿ 550 ਸਾਲੇ ਦੇ ਸੰਬੰਧ 'ਚ ਮੈਂ 2 ਸ਼ਬਦ ਜ਼ਰੂਰ ਕਵਾਂ। ਮਹਾਰਾਜ ਨੇ ਬਾਣੀ 'ਚ ਲਿਖਿਆ ਜੀ, ਕਹਿੰਦੇ ਗੁਰੂ ਦੀ ਮਾਂ ਵੀ ਧੰਨ ਜਨਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੀ, ਗੁਰੂ ਦੀ ਧਰਤੀ, ਜਿਸ ਧਰਤੀ ਤੇ ਮਹਾਰਾਜ ਨੇ ਚਰਨ ਪਾਏ ਉਹ ਵੀ ਧੰਨ। ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਮਹਾਰਾਜ ਤੇਰੇ ਸਿੱਖ ਵੀ ਧੰਨ, ਤੇ ਨਾਲ ਗੁਰੂ ਨੇ ਕਹਿ ਦਿੱਤਾ ਤੇਰੀ ਕੁੱਲ ਵੀ ਧੰਨ। ਪਰ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਧੰਨ ਕਿਹਾ ਤੇ ਬਾਣੀ ਦਾ ਪਵਿੱਤਰ ਬਚਨ ਹੈ, ਧੰਨ ਧੰਨ ਪਿਤਾ। ਫੇਰ ਅੱਗੇ ਕਿਹਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਹੁਣ ਆਪਾਂ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ, ਉਹਨਾਂ ਦਾ ਕਿੱਡਾ ਵੱਡਾ ਇਤਿਹਾਸ ਵਿੱਚ ਰੁਤਬਾ ਹੈ। ਜਿੱਥੇ ਆ ਬਾਬਾ ਜੀ ਦਿਨ ਮਨਾਉਣ ਲੱਗੇ ਸਾਧ ਸੰਗਤ, ਸੁਲਤਾਨਪੁਰ ਲੋਧੀ ਤੋਂ 10 ਦਿਨ ਪਹਿਲਾਂ, ਕਿਉਂਕਿ ਆਪਾਂ ਸੁਲਤਾਨਪੁਰ ਵੀ ਵੱਡੇ ਪੱਧਰ ਤੇ ਮਨਾਉਣਾ ਹੈ, ਤੇ ਗੁਰੂ ਨਾਨਕ ਦਾ ਪਿਤਾ ਪੁਰਖੀ ਪਿੰਡ, ਜਿੱਥੇ ਗੁਰੂ ਨਾਨਕ ਦੇਵ ਦੇ ਪੜਦਾਦਾ ਬਾਬਾ ਰਾਮ ਨਾਰਾਇਣ ਜੀ ਪੈਦਾ ਹੋਏ, ਜਿੱਥੇ ਗੁਰੂ ਨਾਨਕ ਦੇਵ ਦੇ ਦਾਦਾ ਬਾਬਾ ਸ਼ਿਵ ਰਾਮ ਜੀ ਨੇ ਜਨਮ ਲਿਆ। ਜਦੋਂ ਬਾਬੇ ਸ਼ਿਵ ਰਾਮ ਦਾ ਵਿਆਹ ਮਾਤਾ ਬਨਾਰਸੀ ਨਾਲ ਹੋਇਆ, ਇਸੇ ਪਿੰਡ 'ਚ ਜ਼ਿਲ੍ਹਾ ਤਰਨਤਾਰਨ, ਪਿੰਡ ਡੇਰਾ ਸਾਹਿਬ ਲੋਹਾਰ, ਇੱਥੇ ਗੁਰੂ ਨਾਨਕ ਦੇਵ ਦੇ ਪਿਤਾ ਬਾਬਾ ਮਹਿਤਾ ਕਾਲੂ ਤੇ ਉਹਨਾਂ ਦੇ ਪਿਤਾ ਬਾਬਾ ਚਾਚਾ ਲਾਲੂ ਜੀ ਦਾ ਜਨਮ ਹੁੰਦਾ ਹੈ। ਇੱਥੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਉੱਠ ਕੇ ਰਾਏ ਭੋਏ ਦੀ ਤਲਵੰਡੀ ਜਾਂਦੇ। ਇਹਦੇ ਨੇੜੇ ਪਿੰਡ ਆ ਜੀ ਜਾਮਾ ਰਾਏ, ਔਰ ਵਿਦਵਾਨ ਲਿਖਦੇ ਆ ਇਹ ਭੱਟੀਆਂ ਦੀ ਗੋਦ ਸ਼ੁਰੂਆਤ ਇਹਨਾਂ ਪਿੰਡਾਂ ਤੋਂ ਹੁੰਦੀ ਹੈ। ਬਠਿੰਡਾ ਹੋਇਆ, ਜਾਮਾ ਰਾਏ ਹੋਇਆ, ਅੱਜ ਵੀ ਭੱਟੀ ਗੋਤ ਦੇ ਲੋਕ ਨੇ ਉੱਥੇ, ਤੇ ਭਾਈ ਰਾਏ ਬਲਾਰ ਵੀ ਭੱਟੀ ਸੀ। ਭਾਈ ਰਾਏ ਬਲਾਰ ਤੇ ਬਾਬਾ ਮਹਿਤਾ ਕਾਲੂ ਜੀ ਦਾ ਪਿਆਰ ਬੜਾ ਸੀ ਆਪਸ ਵਿੱਚ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਨੂੰ, ਮਹਿਤਾ ਦਾ ਅਰਥ ਹੁੰਦਾ ਹੈ ਜਿਹੜਾ ਜ਼ਮੀਨ ਜਾਇਦਾਦ ਦਾ ਹਿਸਾਬ ਰੱਖਦਾ ਹੈ, ਵੈਸੇ ਉਹਨਾਂ ਦੇ ਪਿਤਾ ਦਾ ਨਾਂ ਸਾਰੇ ਸਰੋਤਾਂ ਦੇ ਵਿੱਚ ਬਾਬਾ ਕਾਲੂ ਜੀ ਕਰਕੇ ਲਿਖਿਆ। ਔਰ ਸਾਧ ਸੰਗਤ, ਅਸੀਂ ਸਤਿਕਾਰ ਨਾਲ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਆ। ਜਦੋਂ ਫਿਰ ਉਹ ਉਸ ਨਗਰ ਜਾਂਦੇ ਰਾਏ ਭੋਏ ਦੀ ਤਲਵੰਡੀ, ਉੱਥੇ ਹੀ ਮਹਾਰਾਜ ਜੀ ਦੇ ਪਿਤਾ ਜੀ ਦਾ ਵਿਆਹ ਆਨੰਦ ਕਾਰਜ, ਉਹ ਸਾਧ ਸੰਗਤ ਜੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨਾਲ ਪਿੰਡ ਚਾਲ ਜ਼ਿਲ੍ਹਾ ਲਾਹੌਰ ਵਿੱਚ ਹੁੰਦਾ ਹੈ। ਤੇ ਭੈਣੋ, ਨਾਨਕੇ ਘਰ ਪਹਿਲਾ ਬੱਚਾ ਪੈਦਾ ਹੋਣ ਕਰਕੇ ਬਾਬੇ ਨਾਨਕ ਦੀ ਭੈਣ ਦਾ ਨਾਮ ਵੀ ਨਾਨਕੀ ਰੱਖਿਆ ਗਿਆ। ਮੈਂ ਕਹਿੰਦਾ ਮਹਾਰਾਜ ਤੂੰ ਔਰਤ ਨੂੰ ਕਿੰਨੀ ਮਾਨਤਾ ਦਿੱਤੀ ਹੈ। ਭੈਣ ਤੋਂ ਅੱਗੇ ਫਿਰ ਨਾਂ ਨਾਨਕ ਗੁਰੂ ਨਾਨਕ ਸਾਹਿਬ ਦਾ ਰੱਖਿਆ। ਸ਼ੁਰੂਆਤ ਨਾਨਕੀ ਤੋਂ ਨਾਨਕ। ਤੇ ਸਾਧ ਸੰਗਤ, ਆ ਨਾਨਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਵਾਰ ਵਰਤਿਆ। ਭੈਣੋ, ਇੰਨੀ ਮਾਨਤਾ ਮਿਲੀ ਵੀ ਇਹ ਨਾਮ ਹੀ ਭੈਣ ਨਾਨਕੀ ਤੋਂ ਗੁਰੂ ਨਾਨਕ ਨੂੰ ਮਿਲਿਆ ਹੈ। ਇਸ ਕਰਕੇ ਬਾਬੇ ਨਾਨਕ ਨੇ ਆਪਣੀਆਂ ਧੀਆਂ ਨੂੰ ਬਹੁਤ ਸਤਿਕਾਰ ਦਿੱਤਾ ਹੈ, ਭੈਣਾਂ ਨੂੰ ਬਹੁਤ ਸਤਿਕਾਰ ਦਿੱਤਾ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਇਸ ਨਗਰ ਵਿੱਚ ਆਏ, ਤੇ ਕਵੀ ਸੰਤੋਖ ਸਿੰਘ ਲਿਖਦੇ ਆ ਜੀ, ਪੱਠੇ ਵਿੰਡਪੁਰ ਨਾਮ ਕਹੰਦੇ, ਖੱਤਰੀ ਬੇਦੀ ਬ੍ਰਿਧ ਬਸੰਤੇ, ਸੰਗ ਹੁਤੇ ਬਾਲੇ ਮਰਦਾਨੇ, ਸ਼੍ਰੀ ਨਾਨਕ ਆਏ ਇਸ ਥਾਨੇ। ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ, ਔਰ ਭਾਗਾਂ ਵਾਲਿਓ, ਪੱਠੇ ਵਿੰਡਪੁਰ ਤੋਂ ਬਾਅਦ ਚ 6ਵੇਂ ਪਾਤਸ਼ਾਹ ਨੇ ਇਹਦਾ ਨਾਂ ਡੇਰਾ ਸਾਹਿਬ ਕਰਤਾ। ਇਹ ਬਾਬਿਆਂ ਦਾ ਡੇਰਾ ਹੈ। ਇਹਦੇ ਤੋਂ ਬਾਅਦ ਸੰਤ ਬਾਬਾ ਦੀਵਾਨ ਸਿੰਘ, ਬਾਬਾ ਖਜਾਨ ਸਿੰਘ, ਉਹਨਾਂ ਨੇ ਬਹੁਤ ਵੱਡਾ ਗੁਰੂ ਘਰ ਬਣਵਾਇਆ। ਔਰ ਸਾਧ ਸੰਗਤ, ਕੋਈ ਸਮਾਂ ਸੀ ਸਿੱਖ ਮਿਸਲਾਂ ਵੇਲੇ ਜੱਸਾ ਸਿੰਘ ਰਾਮਗੜੀਆ ਉਸ ਸਥਾਨ ਤੇ ਇੰਨੀ ਸ਼ਰਧਾ ਰੱਖਦਾ ਸੀ, 1200 ਰੁਪਈਆ ਆਪਣੀ ਜਗੀਰ ਚੋਂ ਹਰ ਮਹੀਨੇ ਦਿਆ ਕਰਦਾ ਸੀ।
ਫਿਰ ਹੌਲੀ ਹੌਲੀ ਉਹਦਾ ਪ੍ਰਚਾਰ ਘਟ ਗਿਆ। ਅੱਜ ਗੁਰੂ ਨੇ ਕਿਰਪਾ ਕੀਤੀ, ਬਾਬਾ ਲੱਖਾ ਸਿੰਘ ਕੋਟੇ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਵੱਡੀਆਂ ਵੱਡੀਆਂ ਸ਼ਤਾਬਦੀਆਂ ਮਨਾਈਆਂ ਨੇ, ਉਹ 1, 2 ਤੇ 3 ਨਵੰਬਰ ਨੂੰ ਬਾਬੇ ਨਾਨਕ ਦੇ ਪਿਤਾ ਪੁਰਖੀ ਨਗਰ 'ਚ ਬਹੁਤ ਵੱਡਾ ਸਮਾਗਮ ਕਰ ਰਹੇ ਆ। ਰੋਜ਼ ਚੜ੍ਹਦੀ ਕਲਾ ਟਾਈਮ ਟੀਵੀ ਤੇ ਸਵੇਰੇ 8:35 ਤੇ ਉਹ ਇਤਿਹਾਸ ਵੀ ਆਉਂਦਾ ਹੈ। ਸੋ ਇਹ ਮੈਂ ਮਗਰੋਂ 2-4 ਮਿੰਟ ਜਿੱਥੇ ਵੀ ਜਾਵਾਂ ਮੈਂ ਜ਼ਰੂਰ ਬੇਨਤੀ ਕਰਦਾ ਹੁੰਨਾ, ਕਿਉਂਕਿ ਬਾਬਾ ਮਹਿਤਾ ਕਾਲੂ ਜੀ ਸੇਵਾ ਸੁਸਾਇਟੀ ਦੇ ਵੀਰ ਉਹ ਦਾਸ ਦੇ ਨਾਲ ਹਰ ਵੇਲੇ ਵਿਚਰਦੇ ਨੇ, ਔਰ ਇਹ ਸੁਨੇਹਾ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਕਿ ਜਿੱਥੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਆ, ਉੱਥੇ ਭਾਗਾਂ ਵਾਲਿਓ ਆਪਾਂ ਇਹ 550 ਸਾਲਾ ਇਹਨੂੰ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਵੱਧ ਚੜ ਕੇ ਮਨਾਉਣਾ ਹੈ। ਮੇਰਾ ਮਾਲਕ ਕਿਰਪਾ ਕਰੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ, ਉਹਨਾਂ ਦੀਆਂ ਬਖਸ਼ਿਸ਼ਾਂ ਬੇਅੰਤ ਨੇ। ਢਾਡੀਆਂ ਕਵੀਸ਼ਰਾਂ ਤੋਂ ਆਪਣਾ ਇਤਿਹਾਸ ਲੰਬੇ ਸਮੇਂ ਤੋਂ ਸੁਣਦੇ ਆਏ ਆ, ਪਰ ਭਾਗਾਂ ਵਾਲਿਓ ਸਾਰਿਆਂ ਦਾ ਸਾਰ ਤੱਤ ਨਿਚੋੜ ਇੱਕੋ ਹੀ ਨਿਕਲਦਾ ਹੈ, ਜੇ ਗੁਰੂ ਦੇ ਚਰਨਾਂ ਤੇ ਭਰੋਸਾ ਹੈ ਤੇ ਗੁਰੂ ਆਪਣੇ ਸਿੱਖ ਦਾ ਬੇੜਾ ਪਾਰ ਕਰ ਦਿੰਦਾ ਹੈ। ਗੁਰੂ ਨੇ ਕਈਆਂ ਸਿੱਖਾਂ ਦਾ ਬੇੜਾ ਪਾਰ ਕੀਤਾ। ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਵਿੱਚ ਨੇ, ਔਰ ਸਾਧ ਸੰਗਤ ਉਹ ਸਾਡੀ ਝੋਲੀ 'ਚ ਰਹਿਮਤਾਂ ਪਾ ਰਹੇ ਨੇ, ਸਾਨੂੰ ਨਵਾਜ ਰਹੇ ਨੇ, ਤੇ ਆਪਾਂ ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਇੱਥੇ ਦਿਨ ਮਨਾਉਣੇ ਆ। ਧੰਨ ਧੰਨ ਪਿਤਾ ਮੇਰੇ ਪਾਤਸ਼ਾਹ ਤੁਹਾਡਾ ਪਿਤਾ ਗੁਰੂ ਅਰਜਨ ਦੇਵ, ਉਹ ਵੀ ਧੰਨ 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 ਪਿਤਾ, ਧੰਨ ਧੰਨ ਕੁੱਲ ਮਹਾਰਾਜ, ਜਿਹੜੀ ਕੁੱਲ ਵਿੱਚ ਜਨਮ ਲਿਆ ਉਹ ਕੁੱਲ ਵੀ ਧੰਨ। ਐਵੇਂ ਥੋੜੀ ਭਾਈ ਗੁਰਦਾਸ ਨੇ ਲਿਖ ਦਿੱਤਾ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਫਿਰ ਅੱਗੇ ਕੁੱਲ ਦਾ ਜ਼ਿਕਰ ਕੀਤਾ ਜੀ। ਮਹਾਰਾਜ ਕਹਿੰਦੇ ਆ, ਭਾਈ ਗੁਰਦਾਸ ਜੀ ਕਹਿੰਦੇ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਸੰਸਾਰ ਦਾ ਇਤਿਹਾਸ ਹੈ, ਜੋਧੇ ਕੇਵਲ ਜੋਧੇ ਰਹੇ ਨੇ, ਕਿਉਂਕਿ ਉਹਨਾਂ ਦੇ ਹੱਥ 'ਚ ਸ਼ਸਤਰ ਸੀ, ਉਹਨਾਂ ਕੋਲ ਸ਼ਾਸਤਰ ਨਹੀਂ ਸੀ ਹੈਗਾ, ਤੇ ਉਹਨਾਂ ਨੇ ਫਿਰ ਕਤਲੋਗਾਰਤ ਵੀ ਕੀਤੀ ਹਿੰਦੁਸਤਾਨ 'ਚ। ਪਰ ਭਾਈ ਗੁਰਦਾਸ ਨੇ ਕਿਉਂ ਲਿਖਿਆ ਵੱਡ ਜੋਧਾ? ਉਹਨਾਂ ਕਿਹਾ ਤੂੰ ਮਾਂ ਬਲੀ ਵੀ ਹੈ, ਜੋਧਾ ਵੀ ਹੈ, ਤੇ ਪਰਉਪਕਾਰੀ ਵੀ ਹੈ, ਕਿਉਂਕਿ ਹੇ ਗੁਰੂ ਹਰਗੋਬਿੰਦ ਸਾਹਿਬ ਤੂੰ ਸਿੱਖਾਂ ਨੂੰ ਸ਼ਾਸਤਰ ਦੇ ਨਾਲ ਸ਼ਸਤਰ ਦਿੱਤੇ, ਤੇ ਉਹਨਾਂ ਲਿਖ ਦਿੱਤਾ ਵੀ ਤੂੰ ਜੋਧਾ ਤੇ ਹੈ, ਪਰ ਅੱਜ ਪਹਿਲਾ ਜੋਧਾ ਹੈ ਜਿਹੜਾ ਜੋਧੇ ਦੇ ਨਾਲ ਪਰਉਪਕਾਰੀ ਵੀ ਹੈ। ਇਹ ਬੜੀ ਵੱਡੀ ਗੱਲ ਹੈ। ਅੱਜ ਜਿਹੜੇ ਬੰਦੇ ਕੋਲ ਤਾਕਤ ਆ ਜੇ ਨਾ ਥੋੜੀ ਜੀ, ਉਹ ਕਹਿੰਦਾ ਵੀ ਮੇਰੇ ਵਰਗਾ ਤੇ ਦੁਨੀਆ ਤੇ ਰੱਬ ਨੇ ਸ਼ਾਇਦ ਕੋਈ ਹੋਰ ਬਣਾਇਆ ਹੀ ਨਹੀਂ। ਉਹ ਤਾਕਤ ਦੇ ਗਰੂਰ 'ਚ ਫੁੱਲਿਆ ਫਿਰਦਾ। ਫਿਰ ਤਾਕਤ ਭਾਵੇਂ ਧਾਰਮਿਕ ਤੌਰ ਤੇ ਹੋਵੇ, ਭਾਵੇਂ ਰਾਜਨੀਤੀ ਤੌਰ ਤੇ ਹੋਵੇ, ਹੈ ਤੇ ਤਾਕਤ ਹੀ ਆ ਨਾ। ਪਰ ਗੁਰੂ ਹਰਗੋਬਿੰਦ ਸਾਹਿਬ ਤੇਰੇ ਕੋਲ ਸਾਰੀਆਂ ਤਾਕਤਾਂ ਨੇ, ਪਰ ਇਹਨਾਂ ਤਾਕਤਾਂ ਦੇ ਬਾਵਜੂਦ ਤੂੰ ਪਰਉਪਕਾਰੀ ਵੀ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਗਿਆ, ਤੇ ਜੋਧਾ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਗਿਆ। ਬਾਦਸ਼ਾਹ ਕਦੇ ਦਰਵੇਸ਼ ਨਹੀਂ ਸੀ ਹੁੰਦੇ, ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਨੇ ਸਿੱਧ ਕਰਤਾ ਬਾਦਸ਼ਾਹ ਦਰਵੇਸ਼ ਹੋ ਸਕਦੇ ਨੇ, ਜੋਧੇ ਕਦੇ ਪਰਉਪਕਾਰੀ ਨਹੀਂ ਹੁੰਦੇ। ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸ ਨੇ ਦੱਸ ਦਿੱਤਾ ਕਿ ਜੋਧੇ ਪਰਉਪਕਾਰੀ ਵੀ ਹੋ ਸਕਦੇ ਨੇ। ਦੁਸ਼ਮਣ ਵੀ ਚੜ ਕੇ ਆਵੇ ਤੇ ਉਹ ਪਰਉਪਕਾਰ ਇੰਨਾ ਕਰਦੇ ਵੀ ਢਾਲ ਦੇ ਨਾਲ ਵੀ ਬਖਸ਼ ਦਿੰਦੇ ਨੇ। ਭਾਈ ਪੈਂਦੇ ਖਾਂ ਵਰਗਿਆਂ ਨੂੰ ਮਾਲਕ ਕਿਰਪਾ ਕਰੇ। ਅਸੀਂ ਉਸ ਗੁਰੂ ਦੀ ਯਾਦ ਵਿੱਚ ਜੁੜੇ ਹਾਂ, ਹਰ ਸਾਲ ਹੀ ਜੁੜਦੇ ਹਾਂ, ਤੇ ਸਿਆਣਿਆਂ ਨੇ ਕਿਹਾ ਵੀ ਜਿਹਦੇ ਵਿਆਹ ਆਈਏ ਉਹਦੀਆਂ ਘੋੜੀਆਂ ਗਾਉਣੀਆਂ ਚਾਹੀਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਤੇ ਬੋਲਦੇ ਹਾਂ, ਬਹੁਤ ਸਾਰੀਆਂ ਭੁੱਲਾਂ ਕਰ ਗਿਆ ਹੋਵਾਂਗਾ, ਅਣਜਾਣ ਜਾਣ ਕੇ ਖਿਮਾ ਕਰਿਓ। ਜਿੰਨੇ ਨਗਰ ਦੇ ਜ਼ਿੰਮੇਵਾਰ ਸਭਾਪਤੀ ਵੀਰ ਨੇ, ਸਰਪੰਚ ਸਾਹਿਬ, ਸਾਬਕਾ ਸਰਪੰਚ ਸਾਹਿਬ, ਕਿਉਂਕਿ ਮੈਂ ਤੀਸਰੀ ਵਾਰ ਆਇਆ, ਸਾਰਿਆਂ ਨਾਲ ਬੜਾ ਪਿਆਰ ਹੈ, ਮੈਂ ਸਮੁੱਚੇ ਰੂਪ 'ਚ ਸਭ ਦਾ ਧੰਨਵਾਦ ਕਰਦਾ। ਰਿਸੀਵਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੇਜਰ ਸਰਦਾਰ ਜਰਨੈਲ ਸਿੰਘ ਜੀ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਹਰ ਸਾਲ ਹੀ ਉਹ ਸਾਧ ਸੰਗਤ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਾਉਂਦੇ ਨੇ, ਤੇ ਮੈਂ ਯਤਨ ਕਰਦਾ ਵੀ ਗੁਰੂ ਦੀ ਭੈ ਭਾਵਨੀ ਸ਼ਰਧਾ 'ਚ ਰਹਿ ਕੇ ਆਪ ਸੰਗਤ ਨੂੰ ਗੁਰੂ ਦਾ ਇਤਿਹਾਸ ਸਰਵਣ ਕਰਵਾ ਸਕਾਂ। ਸਾਡੇ ਵੀਰ ਭਾਈ ਦਰਸ਼ਨ ਸਿੰਘ ਜੀ ਕੋਲੀਆ, ਬਹੁਤ ਕਿਰਪਾ ਇਹਨਾਂ ਤੇ ਮਾਲਕ ਦੀ, ਬੜੀਆਂ ਵੱਡੀਆਂ ਇਹਨਾਂ ਦੀਆਂ ਪੰਥਕ ਸੇਵਾਵਾਂ ਉਹ ਵੀ ਸੰਗਤ ਵਿੱਚ ਸੁਭਾਇਮਾਨ ਨੇ। ਭਾਈ ਸਰਬਜੀਤ ਸਿੰਘ ਖਡੂਰ ਸਾਹਿਬ ਵਾਲੇ, ਜੋ ਧਰਮ ਪ੍ਰਚਾਰ ਕਮੇਟੀ ਦੇ ਬਹੁਤ ਪਿਆਰੇ ਪ੍ਰਚਾਰਕ ਨੇ ਔਰ ਮੋਗੇ ਇਲਾਕੇ ਵਿੱਚ ਹੀ ਸੇਵਾ ਕਰਦੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਸਾਡਾ ਵੀਰ ਭਾਈ ਖਜਾਨ ਸਿੰਘ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਟੇਜਾਂ ਤੇ ਇਹ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਆ। ਸ਼੍ਰੋਮਣੀ ਕਮੇਟੀ ਜਿੱਥੇ ਵੀ ਇਹਨਾਂ ਦੀ ਡਿਊਟੀ ਲਾਉਂਦੀ ਆ, ਜ਼ਿੰਮੇਵਾਰੀ ਦੇ ਨਾਲ ਇਹ ਸਾਰੀ ਸਟੇਜ ਨੂੰ ਵੀ ਕਵਰ ਕਰਦੇ ਆ, ਕਥਾ ਵੀ ਕਰਦੇ ਆ, ਗੁਰਮਤਿ ਵਿਚਾਰਾਂ ਵੀ ਕਰਦੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਮੇਰੇ ਤੋਂ ਬਾਅਦ ਬੈਂਕਾ ਸਾਹਿਬ ਦਾ ਜਥਾ, ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਕਾ, ਕਿਉਂਕਿ ਇਹ ਵੀ ਪਿਤਾ ਪੁਰਖੀ, ਇਹਨਾਂ ਦੇ ਪਿਤਾ ਜੀ ਵੀ ਇੱਥੇ ਆਉਂਦੇ ਰਹੇ ਆ। ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਨਾ ਤੁਹਾਡੇ ਪਿੰਡ, ਉਦੋਂ ਅਜੇ ਮੇਰੀ ਸ਼ੁਰੂਆਤ ਸੀ। ਨਗਰ ਕੀਰਤਨ 'ਚ ਮੈਂ 1-2 ਥਾਵਾਂ ਤੇ ਬੋਲਿਆ, ਤੇ ਵੱਡੇ ਬੈਂਕਾ ਸਾਹਿਬ ਸਰੂਪ ਸੋਹਣੀ, ਕਿਉਂਕਿ ਏਡੇ ਵੱਡੇ ਵਿਦਵਾਨਾਂ ਦੇ ਸਾਹਮਣੇ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ।
ਪਰ ਉਹਨਾਂ ਨੇ ਬੜਾ ਪਿਆਰ ਉਦੋਂ ਬਖਸ਼ਿਆ। ਅੱਜ ਉਹਨਾਂ ਦੇ ਪੁੱਤਰ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾ ਇਹ ਵੀ ਕੌਮ ਦੀ ਸੇਵਾ ਕਰ ਰਹੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਸੰਗਤ ਦਾ ਜ਼ਿਆਦਾ ਧੰਨਵਾਦ ਹੈ। ਤੁਸੀਂ ਪਿਆਰ ਦਿੰਦੇ ਹੋ, ਸਰਵਣ ਕਰਦੇ ਹੋ ਤੇ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਆਪਾਂ ਪਛਾਣੀਏ ਕਿ ਸੱਚਮੁੱਚ ਜੇ ਗੁਰੂ ਦੇ ਉੱਤੇ ਸ਼ਰਧਾ ਹੋਵੇਗੀ ਨਾ ਤੇ ਗੁਰੂ ਸਾਡਾ ਬੇੜਾ ਪਾਰ ਕਰੇਗਾ। ਇੰਨੇ ਵਿਚਾਰ ਪ੍ਰਵਾਨ ਕਰਿਓ। ਇੰਸਪੈਕਟਰ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਆਏ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵੀਡੀਓ ਵਾਲੇ, ਕੈਮਰੇ ਵਾਲੇ, ਸਾਊਂਡ ਵਾਲੇ ਵੀਰਾਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ ਤੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਜੀ ਟੋਟੀਆਂ, ਕਥਾਵਾਚਕ ਸ੍ਰੀ ਅੰਮ੍ਰਿਤਸਰ, ਜਿਨ੍ਹਾਂ ਦਾ ਪ੍ਰਬੰਧਕ ਜਨਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਪਾਓ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਤੇ ਮੈਂ ਗੁਰਦੁਆਰਾ ਸਾਹਿਬ ਜੀ ਦੇ ਸਰਦਾਰ ਮਹਿੰਦਰ ਸਿੰਘ ਜੀ ਮੇਲਾ ਨਿਗਰਾਨ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਜਿੱਥੇ ਆਵਾਜ਼ ਨੂੰ ਸੁਣਦੇ ਹੋਣ, ਜੇ ਪਾਸ ਹੀ ਨੇ ਸਟੇਜ ਉੱਪਰ ਆਉਣ ਦੀ ਕਿਰਪਾਲਤਾ ਕਰਨ ਦੀ। ਭਾਈ ਮਹਿੰਦਰ ਸਿੰਘ ਜੀ ਮੇਲਾ ਨਿਗਰਾਨ ਅਤੇ ਇੰਸਪੈਕਟਰ ਸਰਦਾਰ ਗੁਰਦਿਆਲ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ। ਹੁਣ ਗਿਆਨੀ ਸਰਬਜੀਤ ਸਿੰਘ ਜੀ ਹੋਣਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਪ੍ਰਬੰਧਕ ਜਨਾਂ ਵੱਲੋਂ। ਬੋਲੇ ਸੋ ਨਿਹਾਲ। ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ, ਉਹਨਾਂ ਨੂੰ ਵੀ ਬੇਨਤੀ ਹੈ ਜੋ ਭਾਈ ਸਾਹਿਬ ਜੀ ਹੋਣਾ ਦੇ ਨਾਲ ਆਏ ਨੇ, ਉਹ ਵੀ ਗੁਰੂ ਕੀ ਬਖਸ਼ਿਸ਼ ਸਰਪਾਓ ਪ੍ਰਾਪਤ ਕਰਨ ਜੀ। ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਅਤੇ ਨਾਲ ਜੋ ਦੂਸਰੇ ਸਿੰਘ ਵੀ ਭਾਈ ਸਰਬਜੀਤ ਸਿੰਘ ਜੀ ਦੇ ਨਾਲ ਆਏ ਨੇ, ਉਹਨਾਂ ਨੂੰ ਵੀ ਬੇਨਤੀ ਸਾਰਿਆਂ ਨੂੰ ਕਿ ਭਾਈ ਸਾਰੇ ਵਾਰੀ ਸਿਰ ਆ ਕੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਜਿੰਨੇ ਵੀ ਸਿੰਘ ਭਾਈ ਸਰਬਜੀਤ ਸਿੰਘ ਜੀ ਦੇ ਨਾਲ ਆਏ ਨੇ, ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ।